सतगुरु जेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सुन श्री अंगद कथा रसाला आगह गमन बहुर किरपाला। जगन्नाथ को जह अस्थाना तहाँ जाए पहुँचे गत दाना। वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है कि सतगुरां ने पहली उदासी बहुत लंबी की सी। उहदे विच सतगुरु जी ने पहाड़ समुंदर भी पार किए। 12-13 साल देश दसंतरां दा भरमण किया। फिर जदों सतगुरु वापस आए ने कुछ समा घर रहे। इसे समय विच सतगुरु दे माता पिता जी अकाल चलाना करते हैं। इथों फिर सतगुरु जी ने दूसरी उदासी आरंभ की है। वो सी तीर्थ अस्थानां दे वल। तो सतगुरु जी कुरुक्षेत्र हरिद्वार वृंदावन अयोध्या कांची बनारस इन्हां अस्थानां तो हुंदे पहुंचे ने जगन्नाथपुरी। इथों ही अज की कथा आरंभ है। जिहड़ी कथा असी
ਇੱਥੇ ਗੁਰਦੁਆਰਾ ਬੰਗਲਾ ਸਾਹਿਬ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਇਸ ਇਤਿਹਾਸਕ ਅਸਥਾਨ ਤੇ ਬੈਠ ਕੇ ਸਰਵਣ ਕਰ ਰਹੇ ਹਾਂ। ਇਹ ਕਥਾ ਕਿਸੇ ਵੇਲੇ ਗੁਰੂ ਅੰਗਦ ਸਾਹਿਬ ਨੇ ਖੁਦ ਆਪਣੀ ਹਜਾਤੀ ਵਿੱਚ ਖਡੂਰ ਸਾਹਿਬ ਬੈਠ ਕੇ ਸੁਣੀ ਸੀ। ਸੋ ਆਰੰਭਤਾ ਦੇ ਜਿਹੜੇ ਬਚਨ ਨੇ ਉਹ ਇਸੇ ਪਰਥਾਏ ਨੇ। ਹਾਂਜੀ। ਸੁਨ ਸ਼੍ਰੀ ਅੰਗਦ ਕਥਾ ਰਸਾਲਾ, ਆਗੇ ਗਮਨੇ ਬਹੁਰ ਕਿਰਪਾਲਾ। ਹੇ ਗੁਰੂ ਅੰਗਦ ਸਾਹਿਬ, ਅਗਲੀ ਕਥਾ ਸੁਣੋ। ਕਾਸ਼ੀ ਤੋਂ ਬਨਾਰਸ ਤੋਂ ਬਾਅਦ ਕੀ ਹੋਇਆ। ਕੁਝ ਦਿਨ ਸਤਿਗੁਰੂ ਉੱਥੇ ਰੁਕੇ ਸਨ। ਇੱਥੋਂ ਫਿਰ ਸਤਿਗੁਰੂ ਜੀ ਗਏ ਨੇ ਜਿੱਥੇ ਹਿੰਦੂ ਮਤ ਵਾਲੇ, ਹਿੰਦੂ ਧਰਮ ਵਾਲੇ, ਸਨਾਤਨ ਮਤ ਵਾਲੇ ਮੰਨਦੇ ਨੇ ਕਿ ਰੱਬ ਰਹਿੰਦਾ ਹੈ। ਵੇਖੋ, ਅਸੀਂ ਅਨਪੜ੍ਹ ਹਾਂ, ਅਗਿਆਨੀ ਹਾਂ, ਅਣਜਾਣ ਹਾਂ। ਸਾਡੇ ਕੋਲ ਜਿਹੜਾ ਗਿਆਨ ਹੈ ਉਹ ਜਾਂ ਤੇ ਅਧੂਰਾ ਹੈ, ਪੂਰਾ ਨਹੀਂ ਹੈ, ਜਾਂ ਉਧਾਰਾ ਹੈ। ਉਧਾਰੀ ਵਸਤੂ ਹੁੰਦੀ ਜਿਹੜੀ ਕਿਸੇ ਕੋਲੋਂ ਮੰਗੀ ਹੋਵੇ, ਆਪਣੀ ਨਹੀਂ ਹੁੰਦੀ। ਜਿਵੇਂ ਕੋਈ ਮੇਰੇ ਵਰਗਾ ਕਾਰ ਲਈ ਫਿਰਦਾ ਹੋਵੇ, ਆਪਾਂ ਕਹਿੰਦੇ ਭਾਜੀ ਤੁਹਾਡੀ ਹੈ, ਉਹ ਕਾਹਨੂੰ ਭਰਾ, ਆਪਣੀ ਥੋੜ੍ਹਾ ਹੈ। ਇਹ ਤੇ ਮੈਂ ਕਿਸੇ ਕੋਲੋਂ ਮੰਗ ਕੇ ਲਈ ਹੈ, ਕੰਮ ਜਾ ਰਿਹਾ ਸੀ। ਉਹ ਜਿਹੜੀ ਮੰਗ ਕੇ ਲਈ ਉਹ ਉਧਾਰੀ ਚੀਜ਼ ਹੈ, ਉਹ ਤੇ ਵਾਪਸ ਕਰਨੀ ਬਣੇਗੀ ਭਾਈ। ਸਾਡਾ ਗਿਆਨ ਜਾਂ ਤੇ ਅਧੂਰਾ ਹੈ ਤੇ ਜਾਂ ਉਧਾਰਾ ਹੈ। ਐਵੇਂ ਕਿਸੇ ਦਾ ਚੁੱਕੀ ਫਿਰਦੇ ਆ, ਆਪਣਾ ਕੁਝ ਨਹੀਂ ਹੈ। ਜਦੋਂ ਤੁਸੀਂ ਗਿਆਨ ਨੂੰ ਹਾਸਲ ਕਰੋਗੇ ਫਿਰ ਪਤਾ ਲੱਗੇਗਾ ਕਿ ਜੇ ਇਸਲਾਮ ਦੀ ਗੱਲ ਕਰੋਗੇ, ਉਹਨਾਂ ਦੇ ਗ੍ਰੰਥ ਵੱਖਰੇ ਨੇ, ਪੀਰ ਪੈਗੰਬਰ ਵੱਖਰੇ ਨੇ। ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਪੂਜਾ ਮੰਦਰ ਨੇ, ਉਹਨਾਂ ਦੇ ਜਿਹੜੇ ਪੂਜਾ ਸਥਲ ਨੇ ਉਹ ਵੱਖਰੇ ਨੇ ਭਾਈ। ਉਹਨਾਂ ਦੀ ਮਰਿਆਦਾ ਵੱਖਰੀ ਹੈ। ਸਨਾਤਨ ਮਤ ਦੀ ਗੱਲ ਕਰੋ, ਉੱਥੇ ਵੀ ਇਦਾਂ ਹੀ ਹੋਏਗਾ। ਉਹਨਾਂ ਦੇ ਧਰਮ ਗ੍ਰੰਥ ਵੱਖਰੇ ਨੇ, ਉਹਨਾਂ ਦੇ ਧਰਮ ਗੁਰੂ ਵੱਖਰੇ ਨੇ, ਉਹਨਾਂ ਦੇ ਤੀਰਥ ਸਥਾਨ ਵੱਖਰੇ ਨੇ, ਉਹਨਾਂ ਦੀ ਰਹੁ ਰੀਤ ਮਰਿਆਦਾ ਵੱਖਰੀ ਹੈ। ਹੁਣ ਆਪਾਂ ਤੇ ਕਮਲੀ ਜੀ ਗੱਲ ਉਦੋਂ ਹੀ ਕਹਿੰਦੇ ਜੀ ਸਾਰੇ ਧਰਮ ਇੱਕੋ ਹੀ ਨੇ। ਇੱਕੋ ਨਹੀਂ ਹੈਗੇ। ਇੱਕੋ ਉੱਥੇ ਜਾ ਕੇ ਨੇ ਜਦੋਂ ਇਹ ਮੰਨ ਲਿਆ ਜਾਏ ਕਿ ਇਹਨਾਂ ਸਾਰੇ ਧਰਮਾਂ ਦਾ ਮੁੱਢ ਜਿਹੜਾ ਉਹ ਵਾਹਿਗੁਰੂ ਹੈ। ਤੇ ਜੇ ਕੋਈ ਮੰਨੇ ਹੀ ਨਾ ਤੇ ਫਿਰ ਇੱਕ ਕਿਵੇਂ ਹੋ ਸਕਦੇ ਨੇ ਭਾਈ। ਹੁਣ ਜੇ ਤੇ ਆਪਾਂ ਮੰਨ ਲਈਏ ਤੇ ਫਿਰ ਤਾਂ ਠੀਕ ਹੈ ਵੀ ਹੋ ਸਕਦਾ ਸਾਡੇ ਵੱਡੇ ਵਡੇਰੇ ਇੱਕੋ ਹੀ ਹੋਣ। ਪਰ ਜੇ ਮੈਂ ਕਹਾਂ ਵੀ ਨਹੀਂ ਜੀ ਸਾਡੇ ਵੱਡ ਵਡੇਰੇ ਤੇ ਕੋਈ ਹੋ ਹੀ ਨਹੀਂ ਸਕਦੇ, ਫਿਰ ਕਿਵੇਂ ਇੱਕ ਕਰ ਲੋਗੇ ਤੁਸੀਂ ਭਾਈ। ਇਸਲਾਮ ਦੇ ਵਿੱਚ ਮਨੌਤ ਹੈ ਕਿ ਅੱਲਾ ਪੱਛਮ ਵਿੱਚ ਰਹਿੰਦਾ ਹੈ। ਜਿਹੜੀਆਂ ਵੱਡੀਆਂ ਧਰਮਾਂ ਦੀਆਂ ਵੰਡਾਂ ਨੇ ਨਾ ਉਹ ਇਹ ਨੇ। ਸਨਾਤਨ ਮਤ ਕਹਿੰਦਾ ਹੈ ਵੀ ਜਿਹੜਾ ਰੱਬ ਹੈ ਉਹ, ਹਿੰਦੂ ਮਤ ਇਹ ਕਹਿੰਦਾ ਹੈ ਕਿ ਜਿਹੜਾ ਹਰੀ ਹੈ ਉਹ ਦੱਖਣ ਵਿੱਚ ਹੈ, ਨਾ ਪੂਰਬ ਵਿੱਚ ਹੈ, ਨਾ ਉੱਤਰ ਵਿੱਚ ਹੈ, ਨਾ ਪੱਛਮ ਵਿੱਚ ਹੈ। ਵੇਖੋ ਨਾ, ਤੁਸੀਂ ਇਦਾਂ ਇੱਕ ਗੱਲ ਕਹਿਤੀ ਵੀ ਨਹੀਂ ਜੀ ਰੱਬ ਦੱਖਣ 'ਚ ਤਾਂ ਕੀ ਹੋ ਗਿਆ, ਬਹੁਤ ਕੁਝ ਹੋ ਗਿਆ। ਇੱਕ ਪਾਸਾ ਤਾਂ ਠੀਕ ਹੋ ਗਿਆ ਪਰ ਤਿੰਨ ਪਾਸੇ ਖਾਲੀ ਹੋ ਗਏ। ਮੁਸਲਮਾਨ ਕਹਿੰਦੇ ਨੇ ਰੱਬ ਪੱਛਮ ਵਿੱਚ ਹੈ,
ਉਹ ਕਹਿੰਦੇ ਪੂਰਬ ਵਿੱਚ ਵੀ ਹੈ ਨਹੀਂ, ਉੱਤਰ ਵਿੱਚ ਵੀ ਹੈ ਨਹੀਂ, ਦੱਖਣ ਵਿੱਚ ਵੀ ਹੈ ਨਹੀਂ, ਸਿਰ ਪੱਛਮ ਵਿੱਚ ਹੈ। ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਨਹੀਂ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹ ਹੈ ਠੌਰ ਮੁਕਾਮਾ। ਸਤਿਗੁਰੂ ਕਹਿੰਦੇ ਨੇ ਸਭੇ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਰੱਬ ਦੇ ਜਿਹੜੇ ਸੰਤ ਹੋਏ ਨੇ ਉਹਨਾਂ ਨੇ ਫਿਰ ਇੱਦਾਂ ਵੰਡ ਨਹੀਂ ਪਾਈ। ਉਹ ਕਹਿੰਦੇ ਨੇ ਨਹੀਂ, ਹਰ ਹਿਰਦੇ ਵਿੱਚ ਰੱਬ ਹੈ। ਸਵਾਲ ਹੀ ਨਹੀਂ ਕੋਈ ਹਿਰਦਾ ਹਿੰਦੂ ਦਾ ਹੈ ਕਿ ਕਿਸੇ ਕ੍ਰਿਸਚਨ ਦਾ ਹੈ, ਅਮੀਰ ਦਾ ਹੈ, ਗਰੀਬ ਦਾ ਹੈ। ਸਤਿਗੁਰੂ ਜੀ ਉੱਥੇ ਪਹੁੰਚੇ ਨੇ ਜਿੱਥੇ ਜਗਨਨਾਥਪੁਰੀ ਦਾ ਮੰਦਿਰ ਹੈ। ਹੁਣ ਜਗਨਨਾਥਪੁਰੀ ਦੇ ਮੰਦਿਰ ਦੀ ਇੱਕ ਮਨੌਤ ਹੈ ਕਿ ਉਹ ਆਮ ਮੰਦਿਰਾਂ ਵਰਗਾ ਮੰਦਿਰ ਨਹੀਂ ਹੈ। ਉੱਥੇ ਇਹ ਮੰਨਿਆ ਜਾਂਦਾ ਹੈ ਕਿ ਉੱਥੇ ਹਰੀ ਦਾ ਵਾਸਾ ਹੈ। ਹਾਂਜੀ, ਜਗਨਨਾਥ ਕੋ ਜਹ ਅਸਥਾਨਾ, ਤਹਾਂ ਜਾਏ ਪਹੁੰਚੇ ਗਤ ਦਾਨਾ। ਇੱਥੇ ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਪਹੁੰਚੇ ਨੇ, ਜਿੱਥੇ ਮੰਨਿਆ ਜਾਂਦਾ ਹੈ ਕਿ ਜਗਨਨਾਥ ਹੈ, ਪੂਰੀ ਸ੍ਰਿਸ਼ਟੀ ਦਾ, ਜਗਤ ਦਾ, ਸੰਸਾਰ ਦਾ ਮਾਲਕ ਇੱਥੇ ਰਹਿੰਦਾ ਹੈ। ਜਿਨੇ ਪੂਰੇ ਸੰਸਾਰ ਦੀ ਰਚਨਾ ਕੀਤੀ ਹੈ ਉਹ ਇੱਥੇ ਹੈ। ਹਾਂਜੀ, ਹਰ ਮੰਦਰ ਕੇ ਦਰ ਪਰ ਜਾਈ, ਬੈਠੇ ਕਿਤਕ ਕਾਲ ਤੇਹ ਥਾਈ। ਸਤਿਗੁਰੂ ਜੀ ਉਸ ਜਗਨਨਾਥਪੁਰੀ ਦਾ ਜਿਹੜਾ ਮੁੱਖ ਮੰਦਰ ਸੀ, ਜਿਹੜਾ ਪ੍ਰਮੁੱਖ ਅਸਥਾਨ ਸੀ, ਉਸ ਅਸਥਾਨ ਦਾ ਜਿਹੜਾ ਵੱਡਾ ਪੌਰ ਹੈ, ਦਰਵਾਜ਼ਾ ਹੈ, ਉਸ ਦਰਵਾਜ਼ੇ ਦੇ ਕੋਲ ਬਹਿ ਗਿਆ। ਦੇਖੋ ਨਾ, ਗੁਰੂ ਜੀ ਤੋਂ ਬੈਠਣਾ ਸਿੱਖੋ, ਉੱਠਣਾ ਸਿੱਖੋ, ਬੋਲਣਾ ਸਿੱਖੋ, ਆਪਣੀ ਗੱਲ ਕਰਨੀ ਸਿੱਖੋ। ਸਾਨੂੰ ਨਾ ਕੰਮ ਕਰਨਾ ਆਉਂਦਾ ਕਿਸੇ ਦਾ, ਜੇ ਕਰਦੇ ਆ ਤੇ ਉਹ ਜਿਵੇਂ ਕਹਿੰਦੇ ਨੇ ਵੀ ਖੀਰ ਤਾਂ ਦਿੱਤੀ ਪਰ ਥੋੜੀ ਜਿਹੀ ਵਿੱਚ ਸਵਾਹ ਪਾਤੀ। ਉਹ ਨਾ ਗੁਣ ਨਾ ਉਪਕਾਰ, ਕੁਛ ਵੀ ਨਾ ਹੋਇਆ। ਨਾ ਸਾਨੂੰ ਮੰਗਣਾ ਆਉਂਦਾ, ਕਿਸੇ ਕੋਲੋਂ ਲੈਣ ਦਾ ਤਰੀਕਾ ਵੀ ਨਹੀਂ ਆਉਂਦਾ, ਕਿਸੇ ਨਾਲ ਵਰਤਣ ਦਾ ਤਰੀਕਾ ਵੀ ਨਹੀਂ ਆਉਂਦਾ, ਬਹੁਤੀ ਵਾਰੀ ਸਾਨੂੰ ਗੱਲ ਕਰਨ ਦਾ ਤਰੀਕਾ ਵੀ ਨਹੀਂ ਆਉਂਦਾ। ਆ ਜਿਹੜੇ ਲੋਕ ਡਰਾਫਟਸਮੈਨ ਨੇ ਉਹ ਕੌਣ ਨੇ? ਆਰਕੀਟੈਕਟ ਕੌਣ ਨੇ? ਜਿਹੜੇ ਲਾਇਰ ਨੇ ਉਹ ਕੌਣ ਨੇ? ਲੋਕ ਜਿਹੜੇ ਲੋਕ ਲੈਟਰ ਡਰਾਫਟ ਕਰਦੇ ਨੇ ਉਹ ਕੌਣ ਨੇ? ਕਿੰਨੀਆਂ ਕਿੰਨੀਆਂ ਫੀਸਾਂ ਲੈਂਦੇ ਨੇ? ਇੰਟਰਪ੍ਰੇਟਰ ਕੌਣ ਨੇ? ਉਹਨਾਂ ਦੇ ਕੋਲ ਆਪਣਾ ਕੁਝ ਨਹੀਂ ਹੁੰਦਾ। ਉਹਨਾਂ ਨੇ ਤੁਹਾਡਾ ਹੀ ਬਣਾ ਸਵਾਰ ਕੇ ਤੁਹਾਨੂੰ ਦੇ ਦੇਣਾ ਹੁੰਦਾ ਹੈ, ਉਹਦੀ ਕੀਮਤ ਲੈ ਲੈਣੀ ਉਹਨਾਂ ਨੇ। ਸਭ ਕੁਝ ਤੁਹਾਡਾ ਹੈ, ਉਹਨਾਂ ਦਾ ਆਪਣਾ ਉਹਦੇ ਵਿੱਚ ਕੁਝ ਵੀ ਨਹੀਂ ਹੈ। ਸਿਰਫ ਉਹਨਾਂ ਦੇ ਕੋਲ ਇੱਕ ਜੁਗਤੀ ਵਿਧੀ ਹੈ, ਉਸੇ ਚੀਜ਼ ਦੀ ਉਹ ਕੀਮਤ ਲੈਂਦੇ ਨੇ, ਉਸੇ ਚੀਜ਼ ਦਾ ਉਹ ਮੂੰਹ ਮੰਗਿਆ ਪੈਸਾ ਮੰਗਦੇ ਨੇ। ਸਤਿਗੁਰੂ ਗਏ ਨੇ ਤੇ ਚਾਹੀਦਾ ਇਹੀ ਸੀਗਾ ਕਿ ਜਾਂਦਿਆਂ ਸਾਰੀ ਡੰਡਾ ਚੁੱਕਦੇ ਤੇ ਮੰਦਿਰ 'ਚ ਜਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਵੀ ਸਭ ਐਵੇਂ ਹੀ ਹੈ। ਨਹੀਂ, ਕੁਛ ਨਹੀਂ ਕਿਹਾ। ਬੜੇ ਸਹਿਜ ਵਿੱਚ ਜਿਹੜਾ ਜਗਨਨਾਥਪੁਰੀ ਦਾ ਮੰਦਿਰ ਦਾ ਦਰਵਾਜ਼ਾ ਹੈ, ਉਹਦੇ ਬਾਹਰ ਜਾ ਕੇ ਸਤਿਗੁਰੂ ਬਹਿ ਗਏ। ਹਰੀ ਮੰਦਰ ਕੇ ਦਰ ਪਰ ਜਾਈ, ਬੈਠੇ ਕਿਤਕ ਕਾਲ ਤੇ ਥਾਈ। ਤੇ ਬੈਠੇ ਕਦੋਂ? ਕੁਝ ਸਮਾਂ ਪਹਿਲਾਂ। ਇਹ ਆਨਣ ਫਾਨਣ ਵਿੱਚ ਨਹੀਂ ਗਏ, ਹਫੜਾ ਦਫੜੀ ਵਿੱਚ ਨਹੀਂ ਗਏ। ਸਾਡੀ ਤੇ ਹਾਲਤ ਇਹ ਵੀ ਜਾਣਾ ਲੇਟ ਹੈ ਤੇ ਫਿਰ ਜਾ ਕੇ ਉੱਥੇ ਗੱਲ ਪਹਿਲਾਂ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਜੀ ਪਹਿਲਾਂ ਗਏ ਨੇ,
ਕਦੋਂ ਗਏ ਨੇ? ਜਦੋਂ ਉੱਥੇ ਕੋਈ ਅਜੇ ਕੁਝ ਵੀ ਨਹੀਂ ਸੀ। ਉਸ ਵੇਲੇ ਮੰਦਿਰ ਦੇ ਵਿੱਚ ਕੋਈ ਪੂਜਾ ਅਰਚਾ ਦਾ ਸਮਾਂ ਨਹੀਂ ਸੀ, ਉੱਥੇ ਕੋਈ ਪੂਜਾ ਅਰਚਾ ਨਹੀਂ ਹੋ ਰਹੀ ਸੀ। ਇਸ ਕਰਕੇ ਹੋ ਸਕਦਾ ਉੱਥੇ ਭੀੜ ਵੀ ਘੱਟ ਹੋਵੇ। ਦਰਵਾਜ਼ੇ ਦੇ ਕੋਲ ਜਾ ਕੇ ਸਤਿਗੁਰੂ ਜੀ ਬੈਠੇ ਨੇ। ਹਾਂਜੀ। ਸੰਧਿਆ ਕਾਲ ਪਹੁੰਚਿਓ ਜਬ ਹੀ, ਸਭ ਪੰਡੇ ਮਿਲ ਆਏ ਤਬ ਹੀ। ਜਦੋਂ ਸੰਧਿਆ ਦਾ ਸਮਾਂ ਹੋਇਆ ਤੇ ਜਿਹੜੇ ਉਸ ਮੰਦਿਰ ਦੇ ਵੱਡੇ ਛੋਟੇ ਪੁਜਾਰੀ ਸਨ, ਪਾਂਡੇ ਸਨ, ਉਹ ਆਪਣੀ ਨਿਯਮਤ ਮਰਿਆਦਾ ਪੂਰੀ ਕਰਨ ਵਾਸਤੇ ਜਾਂ ਜਿਹੜੀ ਉੱਥੋਂ ਦੀ ਮੰਦਿਰ ਦੀ ਜਿਹੜੀ ਰਹੁ ਰੀਤ ਪੂਜਾ ਅਰਚਾ ਸੀ ਉਹਨੂੰ ਕਰਨ ਵਾਸਤੇ ਉਹ ਮੰਦਿਰ ਦੇ ਵਿੱਚ ਹਾਜ਼ਰ ਹੋਏ ਨੇ। ਹਾਂਜੀ। ਕਰਨੇ ਲੱਗੇ ਆਰਤੀ ਤੇਹਵਾਂ, ਜਗਨ ਨਾਥ ਕੋ ਮੰਦਰ ਜਿਹਵਾਂ। ਉੱਥੇ ਉਹਨਾਂ ਨੇ ਆ ਕੇ ਆਰਤੀ ਕੀਤੀ ਹੈ। ਕੋਈ ਸ਼ਬਦ ਵੀ ਪੜ੍ਹੇ ਹੋਣਗੇ, ਕੋਈ ਮੰਤਰਾਂ ਦਾ ਜਾਪ ਕੀਤਾ ਹੋਏਗਾ। ਕੁਛ ਉਹਨਾਂ ਨੇ ਜਿਹੜੀ ਆਰਤੀ ਦੀ ਉਹਨਾਂ ਨੇ ਇੱਕ ਵਿਧੀ ਸਥਾਪਿਤ ਕੀਤੀ ਸੀ ਵੀ ਥਾਲ ਲੈ ਲੈ ਤੇ ਉਹਦੇ ਵਿੱਚ ਦੀਵੇ ਜਗਾ ਲੈ, ਤੇ ਉਹਨਾਂ ਨੂੰ ਬੜੀ ਵਿਧੀ ਪੂਰਵਕ ਉਹਨਾਂ ਨੇ ਮੂਰਤੀ ਦੇ ਅੱਗੇ ਘੁਮਾਉਣਾ ਸ਼ੁਰੂ ਕਰ ਦਿੱਤਾ। ਮਤਲਬ ਉਹਦੇ ਸਟੈਪ ਨੇ ਬਕਾਇਦਾ, ਕਦੇ ਇੱਧਰ ਨੂੰ ਕਰਨਾ, ਕਦੇ ਇੱਧਰ ਨੂੰ ਕਰਨਾ, ਕਦੇ ਉੱਪਰ ਨੂੰ ਕਰਨਾ। ਉਹਦੀ ਵੀ ਇੱਕ ਉਹਨਾਂ ਨੇ ਵਿਧੀ ਨਿਯਮਤ ਕੀਤੀ ਹੈ। ਕਿਹੜਾ ਪਾਠ ਕਰਨਾ ਹੈ, ਉਹਨੂੰ ਕਿਸ ਤਰਜ ਦੇ ਵਿੱਚ ਕਰਨਾ ਹੈ, ਕਿਸ ਟੋਨ ਦੇ ਵਿੱਚ ਕਰਨਾ ਹੈ। ਆਰਤੀ ਜਿਹੜੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਕਰਨਾ ਹੈ। ਉਹਦੇ ਵੱਖਰੇ ਵੱਖਰੇ ਅੰਗ ਜਿਹੜੇ ਨੇ ਉਹ ਉਹਨਾਂ ਨੇ ਮੰਨੇ ਹੋਏ ਨੇ। ਹਾਂਜੀ। ਸ਼੍ਰੀ ਗੁਰ ਬੈਠੇ ਰਹੇ ਅਡੋਲਾ, ਠਾਂਡੇ ਭਏ ਨਾ ਕੁਛ ਮੁਖ ਬੋਲਾ। ਜਦੋਂ ਉਹਨਾਂ ਨੇ ਆਰਤੀ ਉਤਾਰੀ ਹੈ, ਆਰਤੀ ਕੀਤੀ ਹੈ, ਜਦੋਂ ਉਹਨਾਂ ਨੇ ਮੰਤਰਾਂ ਦੇ ਉਹ ਭਜਨ ਕੀਤੇ ਹੋਣਗੇ, ਜਾਪ ਕੀਤੇ ਹੋਣਗੇ, ਗਾਇਨ ਕੀਤੇ ਹੋਣਗੇ, ਸਤਿਗੁਰੂ ਜੀ ਬੈਠੇ ਰਹੇ, ਬੋਲੇ ਵੀ ਕੁਝ ਨਹੀਂ, ਉੱਠੇ ਵੀ ਨਹੀਂ। ਅਡੋਲ ਸਤਿਗੁਰੂ ਦਰਵਾਜ਼ੇ ਦੇ ਕੋਲ, ਪੌਰ ਦੇ ਕੋਲ ਬੈਠੇ ਨੇ। ਹਾਂਜੀ। ਤਹਿ ਪੰਡੇ ਰਿਸ ਉਰ ਤਾਰੀ, ਆਨ ਸਮੀਪੰ ਗਿਰਾ ਉਚਾਰੀ। ਹੁਣ ਉਹਨਾਂ ਪੰਡਤਾਂ ਨੇ ਸੋਚਿਆ, ਉਹਨਾਂ ਇਹ ਤੇ ਕਦੇ ਨਹੀਂ ਸੋਚਿਆ ਕਿ ਸਾਡੀ ਆਰਤੀ ਨਾਲ ਭਗਵਾਨ ਤੇ ਕਦੇ ਖੁਸ਼ ਹੋਇਆ ਨਹੀਂ, ਪਰ ਉਹਨਾਂ ਨੂੰ ਇਹ ਜ਼ਰੂਰ ਲੱਗਿਆ ਕਿ ਅੱਜ ਜਿਹੜੀ ਅਸੀਂ ਮਰਿਆਦਾ ਮੰਨੀ ਹੋਈ ਹੈ, ਹਾਂ ਇਹ ਬੰਦਾ ਜਿਹੜਾ ਹੈ ਇਹ ਉਹਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਇਆ, ਇਹਨੇ ਸਾਡੀ ਮਰਿਆਦਾ ਦਾ ਪਾਲਣ ਕਿਉਂ ਨਹੀਂ ਕੀਤਾ। ਹੁਣ ਜਿਹੜੀ ਭਗਵਾਨ ਦੀ ਮਰਿਆਦਾ ਹੈ ਉਹ ਤੇ ਪਾਂਡਿਆਂ ਨੂੰ ਵੀ ਨਹੀਂ ਪਤਾ, ਪਰ ਜਿਹੜੀ ਪਾਂਡਿਆਂ ਦੀ ਮਰਿਆਦਾ ਸੀ ਉਹਦੀ ਅਵਗਿਆ ਹੋ ਗਈ। ਉਹ ਆ ਕੇ ਸਤਿਗੁਰੂ ਜੀ ਨਾਲ ਝਗੜਨ ਲੱਗ ਪਏ। ਹਾਂਜੀ। ਕੋ ਹੈ ਤੂੰ ਕਹਿ ਥਲ ਤੇ ਆਇਓ, ਹੈ ਅਣਜਾਣ ਭੇਦ ਨਹਿ ਪਾਇਓ। ਹੁਣ ਉਹਨਾਂ ਨੇ ਪੁੱਛਿਆ ਵੀ ਤੂੰ ਕੌਣ ਹੈ? ਹਿੰਦੂ ਹੈ, ਮੁਸਲਮਾਨ ਹੈ, ਭਾਈ ਆਇਆ ਕਿੱਥੋਂ ਹੈ? ਜੇ ਤੂੰ ਇੱਥੇ ਹਰੀ ਦੇ ਮੰਦਿਰ ਵਿੱਚ ਆਇਆ ਹੈ ਤੇ ਫਿਰ ਇਹ ਦੱਸ ਕਿ ਹੈ ਅਣਜਾਣ ਭੇਦ ਨਹਿ ਪਾਇਓ। ਤੂੰ ਬਿਲਕੁਲ ਅਣਜਾਣ ਹੈ, ਤੈਨੂੰ ਇੱਥੋਂ ਦੀ ਮਰਿਆਦਾ ਦਾ ਨਹੀਂ ਪਤਾ। ਚਲੋ ਜੇ ਤੈਨੂੰ ਆਪਣੇ ਆਪ ਕੁਝ ਨਹੀਂ ਆਉਂਦਾ ਸੀ ਤੇ ਜੋ ਅਸੀਂ ਕਰਦੇ ਤੂੰ ਉਹਦੇ ਵਿੱਚ ਸ਼ਾਮਲ ਹੋ ਜਾਂਦਾ। ਹਾਂਜੀ। ਸਭਨ ਆਰਤੀ ਖਰੇ ਉਤਾਰੀ, ਤੂੰ ਬੈਠੇ ਰਹਿਓ ਇਹ ਬਾਰੀ। ਸਾਰਿਆਂ ਨੇ ਖੜੇ ਹੋ ਕੇ ਭਗਵਾਨ ਦੀ ਆਰਤੀ ਕੀਤੀ ਹੈ ਤੇ ਤੂੰ ਕੈਸਾ ਯਾਤਰੀ ਹੈ ਬਈ? ਤੂੰ ਕੈਸਾ ਰੱਬ ਦੇ ਘਰ ਦਾ ਭਗਤ ਹੈ ਕਿ ਤੂੰ ਉੱਠ ਕੇ ਆਰਤੀ ਦੇ ਵਿੱਚ ਸ਼ਾਮਲ ਹੀ ਨਹੀਂ ਹੋਇਆ, ਖਲੋਤਾ ਹੀ ਨਹੀਂ ਤੂੰ ਤਾਂ। ਹਾਂਜੀ। ਜਗਨ ਨਾਥ ਕੋ ਪਾਓ ਨ ਕੀਨੋ, ਉਠਿਓ ਨ ਤੇ ਛਿਨ ਕਿਆ ਤੈ ਚੀਨੋ। ਤੂੰ ਜਗਤ ਦੇ ਨਾਥ ਦਾ, ਨਾਥ ਕਹਿੰਦੇ ਨੇ ਮਾਲਕ ਨੂੰ। ਜਿਹੜਾ ਨਾਥ ਸ਼ਬਦ ਹੈ ਨਾ, ਆਮ ਕਰਕੇ ਜੋਗੀਆਂ ਵਿੱਚ ਵਰਤਿਆ ਜਾਂਦਾ, ਸੀ ਕਹਿ ਵੀ ਦਿੰਦੇ ਆ ਨਾਥ ਜੀ। ਹੁਣ ਜਦੋਂ ਅਸੀਂ ਨਾਥ ਜੀ ਕਹਿੰਦੇ ਫਿਰ ਸੋਚਦੇ ਵੀ ਸ਼ਾਇਦ ਇਹ ਤੇ ਛੋਟੀ ਮੋਟੀ ਜੀ
कोई डिग्री है, छोटा मोटा जिहा विशेषण है, ये तो छोटी मोटी इज्जत है। नहीं, नाथ का अर्थ होंदा है मालक। किसी नूं मालक कहना, किसी नूं खसम कहना। हुण जिवें आपां कह दिंदे तू ठाकुर, ठाकुर का अर्थ भी यही है, तू मालक है। ये तो चंगा है भी कई अखरां दे सानूं शब्दां दे अर्थ नहीं आउंदे, तो असीं बोली जाने, काम साडा चली जांदा। जे सानूं इहदे अर्थ आ जाण तो फिर असीं आप भी पाबंद हो जावांगे भी भाई कहिंदे असीं कुछ होर हाँ, करदे असीं कुछ होर हाँ। हुण जिवें अरदास शुरू होई तो आपां पढ़िया तू ठाकुर तुम पै अरदास। हुण जे इहदे अर्थ आ जाण तो बड़ा कुछ ठीक हो सकता है भी तू मालक है, मेरी तेरे अगे बेनती है। जे मालक दे अगे बेनती है तो फिर जंडियां पिपलां किकरां मड़ियां मसाणियां, फिर उत्थे जाके बंदिया तू की करदा है? उत्थे जाके भी कही जाने जी मेरी बेनती है। ये सानू अर्थ ही नहीं पता, असी जो बोलते हैं सानू खुद ही नहीं पता असी की बोलते हैं। जे सानू खुद पता होवे भी असी ये गल बोल चुके हैं, ये गल असी कह चुके हैं, ये गल असी मन चुके हैं, तो किते ना किते साडा मन सानू रोकेगा तो सही ना कि गल तो तू उत्थे करके आए, हुण इत्थे तू इस तो उल्ट किवें कर सकदा है? वो तां हो रही कि बहुत ही अज्ञानता ही ढोई जाने असी। हुण ये जिहड़े पांडे सी वो कहण लगे भी तैनूं जगत दा जिहड़ा नाथ है, मालक है, पूरी सृष्टि दा, लुकाई दा, कायनात दा, भाव ना कीनो। तू कोई वह अदब नहीं किया, सन्मान नहीं किया, कोई डर नहीं मन्निया। उठियो ना तै छिन क्या तै चीनो। तू की समझिया, तू क्यों नहीं उठिया? नहीं उठिया, भाव नहीं किया, चलो, पर की समझ के नहीं किया? देखो जदों कोई बंदा कोई काम नहीं करता तो साड़ी तो हालत वही है जी मैं आप जी को पहला भी बेनती की भी। वो किसी बंदे ने किसी के खेत विचों छलियां लगियां सी तो उन्हें एक छली तोड़ ली। इन्हें नूं मालक आ गया। मालक ने आके कहा भी ये तू की कीता? कहंदा जी गलती हो गई। हुण मालक अगों की कहंदा? वो कहंदा भी गलती तो मन्नी, पर ये दस भी छली क्यों भन्नी? वो कहंदा जी गलती हो गई। वो फिर कहंदा गलती तो मन्नी, पर ये दस भी छली क्यों भन्नी? वो पांडियां का भी सवाल है। वो कहते भी चले तो मन लिया कि तू नहीं उठिया, पर हुण सानू ये दस भी की समझ के नहीं उठिया? ना उठण का कोई ना कोई कारण तो होएगा ना। वेखो एक बंदा चोरी करदा है, साडा काम की है? साडा काम है उन्होंने फड़ो, उहदे ते परचा पाओ, उन्होंने जेल च सुटो, उन्होंने सज़ा दे दिओ। नतीजा की निकलदा है? वो फिर आउंदा है, फिर चोरी करदा है। कनेडा दे विच फैसला हो चुका है, किसी बंदे ने ब्रैड चोरी की तो जिहड़ा केस सीगा वो कोर्ट चला गया। हुण जज ने पूछा भी तू चोरी क्यों की? उन्हें सही दसिया, कहता जी भुख लगी सी। वो कहता भुख लगी सी तो गुरुद्वारे चल जाना सी। मतलब तुसीं उहदा कारण तो लभो ना। अज जिहड़े लोग नशा करते हैं, जिहड़े लोग झूठ बोलते हैं, जिहड़े लोग बेईमानी करते हैं, उहदे पिछे भी कोई ना कोई कारण है। हर बंदा क्रिमिनल नहीं हुंदा। तां ही कहंदे ना क्रिमिनल जम्मदा कोई नहीं है, उहनूं बनाया जाता है। उहदे पिछे कोई ना कोई बड़ी वड्डी स्टोरी हुंदी है, उहदे पिछे बड़ी वड्डी कहानी हुंदी है। असीं ते इस गल नूं हंडाया है। पंजाब दे विच खाड़कू वध रहे, आतंकवाद जिहनूं कहंदे आ। होया कि चलो कुछ बच्चे होणगे जिहड़े सरकार दे जुल्म तो खड़े हो गए, पर वो मुड़ के एक मूवमेंट किवें बनी? मूवमेंट बनी भी वो पुलिस वालियां नूं प्रमोशनां मिलण लग गईयां भी जिन्हें आतंकवादी फड़ोगे उन्नी प्रमोशन होएगी, जिन्हें मारोगे उन्नी तरक्की होएगी। उन्होंने फिर आम बंदियां नूं मारना शुरू कर दिता।
ਤੇ ਨਤੀਜਾ ਕੀ ਹੋਇਆ? ਫਿਰ ਜਦੋਂ ਕਿਸੇ ਦੇ ਘਰ ਪੁਲਿਸ ਜਾਂਦੀ ਸੀ ਤੋ ਘਰ ਦੇ ਆਪ ਹੀ ਆਪਣੇ ਮੁੰਡੇ ਨੂੰ ਕਹਿੰਦੇ ਸੀ ਵੀ ਜਾ ਪੁੱਤ, ਜਿੰਨੇ ਦਿਨ ਭੱਜਿਆ ਜਾਂਦਾ ਭੱਜ ਲਾ, ਮਰ ਤੇ ਤੂੰ ਜਾਣਾ ਹੀ ਹੈ। ਉਹ ਫਿਰ ਜਿੰਨੇ ਦਿਨ ਭੱਜਦਾ ਸੀ ਫਿਰ ਉਹ ਖਾੜਕੂ ਬਣ ਕੇ ਭੱਜਦਾ ਸੀ। ਤੇ ਜੇ ਇਹ ਹੁੰਦਾ ਕਿ ਨਹੀਂ ਭਾਈ ਤੇਰੀ ਸੁਣਵਾਈ ਹੋਏਗੀ, ਤੇਰੀ ਪੁੱਛ ਪ੍ਰਤੀਤ ਹੋਏਗੀ, ਤੈਨੂੰ ਭੱਜਣਾ ਨਹੀਂ ਚਾਹੀਦਾ, ਤੈਨੂੰ ਪੁਲਿਸ ਅੱਗੇ ਪੇਸ਼ ਹੋਣਾ ਚਾਹੀਦਾ, ਤੈਨੂੰ ਆਪਣਾ ਪੱਖ ਰੱਖਣਾ ਚਾਹੀਦਾ ਕਿ ਭਾਈ ਤੁਹਾਨੂੰ ਗਲਤ ਰਿਪੋਰਟ ਆਈ ਹੈ, ਤੁਹਾਨੂੰ ਕਿਸੇ ਨੇ CID ਗਲਤ ਕੀਤੀ ਹੈ। ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਹੈ। ਤੁਸੀਂ ਆਪਣੇ ਬੱਚਿਆਂ ਨੂੰ ਅਗਰ ਚਾਹੁੰਦੇ ਹੋ, ਦੋਸਤਾਂ ਮਿੱਤਰਾਂ ਨੂੰ, ਭੈਣਾਂ ਭਰਾਵਾਂ ਨੂੰ, ਸਮਾਜ ਨੂੰ ਤੁਸੀਂ ਸਮਝਣਾ ਚਾਹੁੰਦੇ ਹੋ, ਤਾਂ ਫਿਰ ਉਹਦੇ ਲਈ ਤੁਹਾਨੂੰ ਰੋਗ ਬੁੱਝਣਾ ਚਾਹੀਦਾ ਹੈ। ਵੇਖੋ ਵੱਡੇ ਵੱਡੇ ਮੈਡੀਕਲ ਹਸਪੀਟਲ ਨੇ, ਪਰ ਉਹਦੇ ਨਾਲ ਇੱਕ ਵਰਡ ਆਉਂਦਾ ਹੈ ਸਰਚ ਸੈਂਟਰ, ਵੀ ਪਤਾ ਕੀਤਾ ਜਾਏ ਬਿਮਾਰੀ ਆਉਂਦੀ ਕਿੱਥੋਂ ਹੈ। ਆਈ ਬਿਮਾਰੀ ਦਾ ਇਲਾਜ ਤੇ ਤੁਸੀਂ ਕਰ ਲਓਗੇ, ਪਰ ਬਿਮਾਰੀ ਆਈ ਕਿੱਥੋਂ, ਇਹ ਪੈਦਾ ਕਿੱਥੋਂ ਹੁੰਦੀ ਹੈ, ਇਹਦਾ ਮੂਲ ਮੁੱਢ ਕੀ ਹੈ। ਉਹ ਪੰਡੇ ਜਿਹੜੇ ਸੀ ਉਹ ਕਹਿੰਦੇ ਵੀ ਚਲੋ ਇਹ ਤੇ ਗੱਲ ਮੰਨ ਲਈ ਕਿ ਤੂੰ ਨਹੀਂ ਉੱਠਿਆ, ਤੈਨੂੰ ਨਹੀਂ ਸੀ ਪਤਾ, ਪਰ ਤੂੰ ਸਮਝਿਆ ਕੀ, ਤੇਰੀ ਸਮਝ ਵਿੱਚ ਕੀ ਆਇਆ ਵੀ ਕਿਉਂ ਨਹੀਂ ਉੱਠਣਾ ਚਾਹੀਦਾ ਜਦੋਂ ਦੁਨੀਆ ਉੱਠੀ ਹੈ। ਨਹੀਂ ਤੇ ਆਪਾਂ ਵੇਖਿਆ ਵੀ ਭੇਡਾ ਚਾਲ ਹੈ, ਵੇਖਾ ਵਿਖਾਈ ਹੈ। ਜਿਵੇਂ ਇੱਕ ਬੰਦਾ ਕਰਦਾ ਦੂਜੇ ਵੈਸੇ ਹੀ ਉਹਨੂੰ ਵੇਖ ਕੇ ਕਰਨ ਲੱਗ ਜਾਂਦੇ ਨੇ। ਬਹੁਤਾ ਕੁਝ ਸੰਸਾਰ ਵਿੱਚ ਗਿਆਨ ਤੇ ਆਧਾਰਿਤ ਨਹੀਂ ਹੈ। ਬਹੁਤਾ ਕੁਝ ਜਿਹੜਾ ਹੈ ਉਹ ਵੇਖਾ ਵੇਖੀ ਤੇ ਆਧਾਰਿਤ ਹੈ, ਭੇਡ ਚਾਲ ਹੈ। ਇੱਕ ਨੇ ਕੀਤਾ ਦੂਜੇ ਨੇ ਵੀ ਕਰ ਲਿਆ, ਦੂਜੇ ਨੇ ਕੀਤਾ ਤੀਜੇ ਨੇ ਵੀ ਕਰ ਲਿਆ। ਹਾਂਜੀ। ਸੁਨ ਕਰ ਜਗ ਗੁਰ ਬਚਨ ਬਖਾਨੇ, ਸਦਾ ਆਰਤੀ ਹਮ ਪਹਿਚਾਨੇ। ਸਤਿਗੁਰੂ ਕਹਿੰਦੇ ਭਾਈ ਮੈਂ ਤਾਂ ਨਹੀਂ ਉੱਠਿਆ, ਤੁਸੀਂ ਆਰਤੀ ਕਰਦੇ ਹੋ ਸਵੇਰੇ ਸ਼ਾਮ, ਪਰ ਮੇਰੀ ਸਮਝ ਦੇ ਮੁਤਾਬਕ ਤੇ ਆਰਤੀ ਜਿਹੜੀ ਹੈ ਉਹ ਹਰ ਵਕਤ ਹੋ ਰਹੀ ਹੈ। ਤੁਹਾਡੇ ਸਿਰਫ ਦੋ ਹੀ ਸਮੇਂ ਨੇ, ਇੱਕ ਸਵੇਰੇ ਕਰ ਲਈ, ਇੱਕ ਸ਼ਾਮੀ ਕਰ ਲਈ। ਸਦਾ ਆਰਤੀ ਹਮ ਪਹਿਚਾਨੇ। ਹੁਣ ਇਹਨੂੰ ਅੱਜ ਦੇ ਸ਼ਬਦਾਂ 'ਚ ਮੈਂ ਕਹਾਂ, ਸਤਿਗੁਰੂ ਕਹਿਣ ਲੱਗੇ ਭਾਈ ਇਹ ਤੇ 24 ਆਵਰ ਹੋ ਰਹੀ ਹੈ, 24 ਘੰਟੇ ਹੋ ਰਹੀ ਹੈ। ਹਰ ਵਕਤ, ਹਰ ਪਲ, ਹਰ ਛਿਣ, ਹਰ ਘੜੀ ਰੱਬ ਦੀ ਆਰਤੀ ਹੋ ਰਹੀ ਹੈ। ਜਿਸ ਪਰਮਾਤਮਾ ਦੀ ਆਰਤੀ ਹਰ ਵਕਤ ਹਰ ਛਿਣ ਹੋ ਰਹੀ ਹੈ, ਉਹਦੇ ਲਈ ਤੁਸੀਂ ਦੋ ਸਮੇਂ ਨਿਸ਼ਚਿਤ ਕਰੋ, ਇਹ ਤੇ ਠੀਕ ਨਹੀਂ ਹੈਗਾ। ਹਾਂਜੀ। ਸਰਬ ਸ਼ਿਰੋਮਣ ਜਸ ਪ੍ਰਭ ਊਚੇ, ਕਰੈ ਆਰਤੀ ਤਸ ਮਨ ਸੂਚੇ। ਜਿਹੜਾ ਪਰਮਾਤਮਾ ਸਾਰਿਆਂ ਤੋਂ ਸ਼੍ਰੋਮਣੀ ਹੈ, ਜਿਹੜਾ ਪਰਮਾਤਮਾ ਸਾਰਿਆਂ ਤੋਂ ਉੱਚਾ ਹੈ, ਕਰੈ ਆਰਤੀ ਤਸ ਮਨ ਸੂਚੇ, ਉਹਨਾਂ ਦੀ ਆਰਤੀ ਤਾਂ ਕੋਈ ਸੁੱਚੇ ਮਨ ਨਾਲ, ਕੋਈ ਬਹੁਤ ਪਵਿੱਤਰ ਮਨ ਦੇ ਨਾਲ ਕਰ ਸਕਦਾ ਹੈ। ਹਾਂਜੀ। ਅਲਪ ਆਰਤੀ ਕਿਆ ਤੁਮ ਕਰਹੁ, ਤੁਸ਼ ਸੌਜ ਜਾਮੈ ਸ਼ੁਭ ਧਰਹੁ। ਕੀ ਤੁਹਾਨੂੰ ਪਤਾ ਹੈ ਰੱਬ ਕਿੰਨਾ ਵੱਡਾ ਹੈ? ਏਡੇ ਵੱਡੇ ਦੁਨੀਆ ਦੇ ਰੱਬ ਦੀ ਆਰਤੀ ਇੱਕ ਛੋਟੀ ਜਿਹੀ ਥਾਲੀ ਲੈ ਕੇ ਉਹਦੇ ਵਿੱਚ ਗਿਣਵੇਂ ਚੁਣਵੇਂ ਦੀਵੇ ਜਗਾ ਕੇ, ਸਤਿਗੁਰੂ ਕਹਿੰਦੇ ਤੁਸੀਂ ਕਿਵੇਂ ਆਰਤੀ ਕਰ ਸਕਦੇ ਹੋ ਭਾਈ? ਏਡੇ ਵੱਡੇ ਰੱਬ ਦੀ ਆਰਤੀ ਤੁਸ਼ ਸਮਗਰੀ ਨਾਲ ਨਹੀਂ ਹੋ ਸਕਦੀ। ਅਲਪ ਆਰਤੀ, ਅਲਪ ਕਿਹਨੂੰ ਕਹਿੰਦੇ ਨੇ? ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ। ਅਲਪ ਕਹਿੰਦੇ ਨੇ ਛੋਟਾ, ਛੋਟੀ ਆਰਤੀ। ਅਲਪ ਆਰਤੀ ਕਿਆ ਤੁਮ ਕਰਹੁ, ਇਹ ਛੋਟੀ ਜਿਹੀ ਆਰਤੀ ਤੁਸੀਂ ਕੀ ਕਰਦੇ ਹੋ? ਭਾਵੇਂ ਐਵੇਂ ਅੱਧੀ ਘੜੀ ਲਾਈ ਤੇ ਆਰਤੀ ਹੋ ਗਈ, 10-12 ਮਿੰਟਾਂ ਦੇ ਵਿੱਚ ਆਰਤੀ ਹੋ ਗਈ। ਤੁਸ਼ ਸੌਜ ਜਾਮੈ ਸ਼ੁਭ ਧਰਹੁ, ਥੋੜੀ ਜੀ ਸਮਗਰੀ ਉਹਦੇ ਵਿੱਚ, ਥੋੜੇ ਜਿਹੇ ਦੀਵੇ ਨੇ, ਥੋੜੇ ਜਿਹੇ ਉਹਦੇ ਵਿੱਚ ਤੁਸੀਂ ਮੋਤੀ ਰੱਖੇ ਹੋਏ ਨੇ। ਹਾਂਜੀ। ਮਨ ਨਿਰਮਲ ਕਰ ਨਹੀਂ ਟਿਕਾਵੋ, ਤਉ ਅਬ ਮਤ ਕਿਆ ਫਲ ਤੁਮ ਪਾਵੋ। ਫਿਰ ਤੁਹਾਡਾ ਮਨ ਟਿਕਿਆ ਤੇ ਹੈ ਨਹੀਂ, ਤੁਹਾਡਾ ਮਨ ਸ਼ਾਂਤ ਤੇ ਹੈ ਨਹੀਂ। ਮੈਂ ਹੁਣੇ ਨਾ ਅਨਾਉਂਸਮੈਂਟ ਕੀਤੀ ਕਿ ਭਾਈ ਮਾਸਕ ਲਾਓ। ਮੈਂ ਕਮਰੇ 'ਚ ਗਿਆ ਤੇ ਮੈਨੂੰ ਮੈਸੇਜ ਆ ਗਿਆ, ਕਹਿੰਦਾ ਗਿਆਨੀ ਜੀ ਤੁਸੀਂ ਆਪ ਤੇ ਲਾਇਆ ਨਹੀਂ।
ਮੈਂ ਕਿਹਾ ਵੀ ਹੁਣ ਮੈਂ ਤਾਬਿਆ ਰੁਮਾਲ ਬੰਨ੍ਹ ਕੇ ਬਹਿ ਜਾਵਾਂ। ਕਹਿੰਦੇ ਜਿਹੜੇ ਤੁਹਾਡੇ ਮਗਰ ਨੇ ਉਹਨਾਂ ਨਹੀਂ ਲਾਇਆ। ਮੈਂ ਕਿਹਾ ਸਾਰਿਆਂ ਨੇ ਲਾਇਆ। ਅਸਲ ਵਿੱਚ ਹੁੰਦਾ ਕੀ ਹੈ, ਅਸੀਂ ਖਿਣ ਮਾਤਰ ਸਮੇਂ 'ਚ ਅਸੀਂ ਕੀ ਕਹਿੰਦੇ ਆ, ਉਹਨੂੰ ਵੇਖ ਕੇ ਮੈਨੂੰ ਕਹਿੰਦਾ ਅੱਗ ਲੱਗ ਗਈ। ਵੀ ਜੇ ਤੇਰੇ 'ਚ ਏਡੀ ਛੇਤੀ ਅੱਗ ਲੱਗ ਗਈ ਇਹਦਾ ਮਤਲਬ ਤੂੰ ਪੈਟਰੋਲ ਤੋਂ ਵੀ ਤੇਜ਼ ਹੈ, ਤੂੰ ਤਾਂ ਗੈਸ ਨਾਲੋਂ ਵੀ ਬਈ ਤੂੰ ਮਤਲਬ ਤੇਰੇ ਤੇ ਬਾਹਰ ਉਹ ਸਾਈਨ ਲਾਉਣਾ ਚਾਹੀਦਾ ਡੇਂਜਰਸ ਵਾਲਾ। ਜਿੱਥੋਂ ਤੇਲ ਦੀ ਪਾਈਪ ਲੰਘਦੀ ਹੈ, ਜਿੱਥੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਨੇ, ਜਿੱਥੋਂ ਗੈਸ ਦੀ ਪਾਈਪ ਲੰਘਦੀ ਹੈ, ਉਹਦੇ ਤੇ ਸਾਈਨ ਘੜੀ ਘੜੀ ਲਾਇਆ ਹੁੰਦਾ ਡੇਂਜਰਸ। ਫਿਰ ਤੇ ਤੈਨੂੰ ਆਪਣੇ ਗਲ 'ਚ ਆਪ ਹੀ ਲਿਖ ਕੇ ਪਾ ਲੈਣਾ ਚਾਹੀਦਾ ਵੀ ਬਚ ਕੇ ਰਹੋ, ਜੇ ਕੀ ਪਤਾ ਮੈਨੂੰ ਕਦੋਂ ਅੱਗ ਲੱਗ ਜਾਏ। ਮੇਰਾ ਇੱਕ ਮਿੱਤਰ ਸ਼ਾਇਦ ਮੇਰਾ ਖਿਆਲ ਅਜੇ ਵੀ ਜਿਉਂਦਾ ਹੋਏਗਾ, ਉਹਦਾ ਨਾਂ ਸੀ ਭਾਈ ਬਲਕਾਰ ਸਿੰਘ ਮੁਲਤਾਨੀ। ਹੁਣ ਉਹ ਗੱਲ ਕਰਦਾ ਤੇ ਉਹ ਮਤਲਬ ਹਾਸ ਰਸ ਵਿੱਚ ਸੀ, ਜਿਵੇਂ ਦੋ ਚਾਰ ਬੰਦੇ ਗੱਲਾਂ ਕਰਦੇ ਕਰਦੇ ਉਹਨੇ ਕਹਿਣਾ ਮੇਰੀ ਸੁਣ ਲਓ ਮੈਂ ਫੜ ਜਾਣਾ ਜੀ, ਮੇਰੀ ਸੁਣ ਲਓ, ਕਹਿੰਦਾ ਮੈਂ ਫੜ ਜਾਣਾ ਜੀ, ਕਹਿੰਦਾ। ਅੱਛਾ, ਕਈਆਂ ਦੀ ਹਾਲਤ ਵੈਸੀ ਹੀ ਹੁੰਦੀ ਹੈ ਵੀ ਉਹਨਾਂ ਦੀ ਗੱਲ ਨਾ ਸੁਣੋ ਤੇ ਉਹ ਉਦੋਂ ਹੀ ਜਿਵੇਂ ਢਿੱਡ ਪੀੜ ਸ਼ੁਰੂ ਹੋ ਜਾਂਦੀ ਬੰਦੇ ਦੇ, ਵੀ ਉਹਨਾਂ ਨੇ ਦੋ ਚਾਰ ਇੱਧਰ ਉੱਧਰ ਨਾ ਮਾਰਨ ਤੇ ਉਹਨਾਂ ਨੂੰ ਵੈਸੇ ਰਾਤ ਨੂੰ ਨੀਂਦ ਨਹੀਂ ਆਉਂਦੀ। ਸਤਿਗੁਰੂ ਕਹਿੰਦੇ ਭਾਈ ਤੁਸੀਂ ਕਰਦੇ ਕੀ ਹੋ, ਮਨ ਤੁਹਾਡਾ ਨਿਰਮਲ ਨਹੀਂ ਹੈ, ਇਸੇ ਕਰਕੇ ਇਹਨਾਂ ਆਰਤੀਆਂ ਤੋਂ ਕਦੇ ਤੁਹਾਨੂੰ ਮਨ ਇੱਛਤ ਫਲ ਨਹੀਂ ਮਿਲਦੇ। ਹੁਣ ਫਲ ਕੀ ਮਿਲਣਾ ਸੀ, ਉਹ ਜਦੋਂ ਆਰਤੀ ਇੱਦਾਂ ਕਰਦੇ ਹੋਣਗੇ ਮੇਰੇ ਵਰਗੇ ਤੇ ਨਾਲ ਵਹਿੰਦੇ ਹੋਣੇ ਵੀ ਇਹ ਮਗਰ ਬੈਠਾ ਹੈ ਬੰਦਾ, ਉੱਠਿਆ ਤਾਂ ਨਹੀਂ ਅਜੇ ਤੱਕ, ਧਿਆਨ ਉਹਦੇ 'ਚ ਰਿਹਾ ਬਾਬੇ ਨਾਨਕ ਵਿੱਚ। ਇਹੋ ਹੀ ਕਾਰਨ ਕਿ ਆਰਤੀ ਕਰਕੇ ਉਹਨਾਂ ਨੇ ਪਤਾ ਨਹੀਂ ਮੱਥਾ ਟੇਕਿਆ ਕਿ ਨਾ ਟੇਕਿਆ, ਤੇ ਬਾਬੇ ਨਾਨਕ ਨੂੰ ਜਾ ਕੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੂੰ ਆਗਿਆ ਕੀਤੀ ਹੈ, ਵੀ ਤੂੰ ਮਰਿਆਦਾ ਨਹੀਂ ਰੱਖੀ ਬਈ। ਸਤਿਗੁਰੂ ਕਹਿਣ ਲੱਗੇ ਤੋ ਅਬ ਮਤ ਕਿਆ ਫਲ ਤੁਮ ਪਾਵੋ। ਇਸੇ ਕਰਕੇ ਅਬ ਮਤ ਮਨ ਵਾਂਛਤ ਇੱਛਤ, ਜੋ ਤੁਹਾਡਾ ਮਨ ਚਾਹੁੰਦਾ ਹੈ ਇਹ ਫਲ ਸਤਿਗੁਰੂ ਕਹਿੰਦੇ ਤੁਹਾਨੂੰ ਕਦੇ ਨਹੀਂ ਮਿਲਣਗੇ, ਕਿਉਂਕਿ ਤੁਹਾਡਾ ਆਪਣਾ ਨਾ ਮਨ ਸ਼ੁੱਧ ਹੈ, ਨਾ ਤੁਹਾਡੇ ਆਪਣੇ ਮਨ ਦਾ ਕੋਈ ਟਿਕਾਊ ਹੈ। ਹਾਂਜੀ। ਪੰਡੇ ਕਹੈ ਆਰਤੀ ਕੈਸੀ, ਨਿਤ ਪ੍ਰਤ ਕਰਤ ਰਹੋ ਕਹੋ ਤੈਸੀ। ਉਹ ਪੰਡਤ ਕਹਿਣ ਲੱਗੇ ਭਾਈ ਉਹ ਆਰਤੀ ਕਿਹੜੀ ਹੈ ਜਿਹੜੀ ਤੂੰ ਕਹਿੰਦਾ ਵੀ ਹਰ ਵੇਲੇ ਹੁੰਦੀ ਹੈ। ਆਰਤੀ ਤੇ ਆਹੀ ਹੈ ਜਿਹੜੀ ਅਸੀਂ ਕਰਦੇ ਹਾਂ, ਔਰ ਸੈਂਕੜੇ ਸਾਲ ਹੋ ਗਏ, ਹਜ਼ਾਰਾਂ ਸਾਲ ਹੋ ਗਏ। ਹੁਣ ਅਸੀਂ ਕਰਦੇ ਹਾਂ, ਪਹਿਲਾਂ ਸਾਡੇ ਤੋਂ ਵਡੇਰੇ ਕਰਦੇ ਸੀ, ਫਿਰ ਉਹਨਾਂ ਤੋਂ ਪਹਿਲਾਂ ਕਰਦੇ ਸੀ, ਫਿਰ ਉਹਨਾਂ ਤੋਂ ਪਹਿਲਾਂ ਵੀ ਇਦਾਂ ਹੀ ਕਰਦੇ ਸੀ। ਦੇਖੋ ਨਾ, ਜਿਹੜੀ ਹੁਣ ਮੈਂ ਤੁਹਾਨੂੰ ਕਥਾ ਸੁਣਾਉਣਾ ਮੇਰੇ ਤੋਂ ਤਾਂ ਸ਼ੁਰੂ ਹੋਈ ਨਹੀਂ। ਜਦੋਂ ਦੇ ਇਹ ਦਰਬਾਰ ਬਣੇ ਨੇ ਮੇਰਾ ਖਿਆਲ ਘੱਟੋ ਘੱਟ 40 50 ਸਾਲ ਤਾਂ ਹੋ ਗਏ, 30 ਸਾਲ ਤਾਂ ਮੈਨੂੰ ਹੋ ਗਏ ਵਹਿੰਦੇ ਆ। ਮੇਰੇ ਤੋਂ ਪਹਿਲਾਂ ਵੀ ਇਹ ਕਥਾ ਹੁੰਦੀ ਸੀ, ਉਸ ਤੋਂ ਪਹਿਲਾਂ ਵੀ ਹੁੰਦੀ ਹੋਏਗੀ। ਉਹ ਪੰਡਤ ਕਹਿਣ ਲੱਗੇ ਵੀ ਭਾਈ ਤੇਰੀ ਆਰਤੀ ਕਿਹੜੀ ਹੈ। ਸਭ ਤੋਂ ਵੱਡਾ ਮੰਦਰ ਇਹ ਹੈ ਤੇ ਸਭ ਤੋਂ ਵੱਡੀ ਮਰਿਆਦਾ ਵੀ ਇਹੋ ਹੀ ਹੈ, ਤੇ ਅਸੀਂ ਇਹੋ ਹੀ ਆਰਤੀ ਜਿਹੜੀ ਹੈ ਉਹ ਰੋਜ਼ ਸਵੇਰੇ ਸ਼ਾਮ ਕਰਦੇ ਹਾਂ। ਪਰ ਤੁਹਾਡੀ ਆਰਤੀ ਕਿਹੜੀ ਜਿਹੜੀ ਤੁਸੀਂ ਕਹਿੰਦੇ ਹੋ। ਹਾਂਜੀ। ਤਿਨ ਤੇ ਸੁਣ ਕੇ ਕਿਰਪਾ ਨਿਧਾਨਾ, ਸ਼ਬਦ ਆਰਤੀ ਰੀਤ ਬਖਾਨਾ। ਉਹਨਾਂ ਤੋਂ ਸੁਣ ਕੇ ਫਿਰ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ, ਤੇ ਆਰਤੀ ਦੀ ਜਿਹੜੀ ਰੀਤ ਹੈ, ਆਰਤੀ ਦੀ ਜਿਹੜੀ ਮਰਿਆਦਾ ਹੈ, ਰੱਬ ਦੀ ਆਰਤੀ ਦਾ ਜਿਹੜਾ ਵਿਧਾਨ ਹੈ, ਜਿਹੜਾ ਰੱਬ ਨੇ ਖੁਦ ਨਿਯਮਤ ਕੀਤਾ ਹੈ, ਉਹ ਸਤਿਗੁਰੂ ਜੀ ਨੇ ਫਿਰ ਉਹਨਾਂ ਨੂੰ ਸਰਵਣ ਕਰਵਾਇਆ। ਹਾਂਜੀ। ਤਨਾਸਰੀ ਮਹੱਲਾ ਪਹਿਲਾ, ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਬਦ ਹੈ ਧਨਾਸਰੀ ਰਾਗ ਵਿੱਚ, ਸ਼ਬਦ ਦਾ ਸਰਲੇਖ ਵੀ ਆਰਤੀ ਹੈ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਹੈ ਕਿ ਪਰਮਾਤਮਾ ਇੱਕ ਹੈ, ਇੱਕ ਥਾਂ ਤੇ ਨਹੀਂ ਹੈ, ਉਹ ਸਾਰੀਆਂ ਥਾਵਾਂ ਤੇ ਹੈ, ਉਹ ਸਾਰਿਆਂ ਨੂੰ ਨਹੀਂ ਮਿਲਦਾ। ਉਹਦੇ ਪ੍ਰਾਪਤ ਕਰਨ ਦੀ ਮਿਲਣ ਦੀ ਵਿਧੀ ਜਿਹੜੀ ਹੈ ਉਹ ਗੁਰ ਪ੍ਰਸਾਦ ਹੈ, ਗੁਰੂ ਦੀ ਕਿਰਪਾ ਹੈ। ਹਾਂਜੀ। ਗਗਨ ਮੈਥਾਲ ਰਵ ਚੰਦ ਦੀਪਕ ਬਨੈ,
ਧਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਸਤਿਗੁਰੂ ਜੀ ਕਹਿਣ ਲੱਗੇ ਭਾਈ ਗਗਨ ਹੀ ਥਾਲ ਹੈ, ਤੁਹਾਡੀ ਜਿਹੜੀ ਕਿਸੇ ਧਾਤੂ ਦੀ ਥਾਲੀ ਹੈ, ਰੱਬ ਇਹਦਾ ਮੁਹਤਾਜ ਨਹੀਂ ਹੈ। ਆ ਜਿੰਨਾ ਅੰਬਰ ਹੈ, ਆਕਾਸ਼ ਹੈ, ਇਹ ਸਾਰਾ ਹੀ ਰੱਬ ਦਾ ਥਾਲ ਹੈ। ਇਸ ਰੱਬ ਦੇ ਥਾਲ ਦੇ ਵਿੱਚ ਜਿਹੜੇ ਚੰਦਰਮਾ ਤੇ ਸੂਰਜ ਨੇ ਇਹ ਦੀਵੇ ਨੇ, ਜਿਹੜੇ ਤਾਰੇ ਨੇ ਇਹ ਮੋਤੀ ਨੇ ਭਾਈ, ਤੇ ਜਿੰਨੀ ਬਨਸਪਤੀ ਦੀ ਸੁਗੰਧੀ ਹੈ, ਖੁਸ਼ਬੂ ਹੈ, ਇਹ ਧੂਪ ਹੈ। ਜਿੰਨੀ ਹਵਾ ਵਗਦੀ ਹੈ ਇਹ ਚਵਰ ਹੈ, ਤੇ ਜਿੰਨੀ ਬਨਸਪਤੀ ਹੈ ਇਹ ਪਰਮਾਤਮਾ ਦੇ ਉੱਤੇ ਫੁੱਲਾਂ ਦੀ ਵਰਖਾ ਕਰ ਰਹੀ ਹੈ। ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਐ ਪਰਮਾਤਮਾ ਜਿਹੜੀ ਤੇਰੀ ਆਰਤੀ ਆਕਾਸ਼ ਕਰੇ, ਚੰਦਰਮਾ ਕਰੇ, ਸੂਰਜ ਕਰੇ, ਤਾਰੇ ਕਰਨ, ਬਨਸਪਤੀ ਕਰੇ, ਹਵਾ ਕਰੇ, ਤੇ ਪਰਮਾਤਮਾ ਅਸੀਂ ਥਾਲੀ ਵਿੱਚ ਦੀਵੇ ਰੱਖ ਕੇ ਤੇਰੀ ਆਰਤੀ ਕਿਵੇਂ ਕਰ ਸਕਦੇ ਹਾਂ। ਅਨਹਤਾ ਸ਼ਬਦ ਵਜੰਤ ਭੇਰੀ। ਪਰਮਾਤਮਾ ਇਹ ਜਿਹੜੀਆਂ ਅਨਹਦ ਧੁਨੀਆਂ ਨੇ ਇਹ ਸਾਰੀਆਂ ਇਹ ਇਬਾਦਤ ਦਾ, ਸਾਜ਼ਾਂ ਦਾ ਇਹ ਸੰਗੀਤ ਇਹਨਾਂ ਤੋਂ ਪੈਦਾ ਹੋ ਰਿਹਾ ਹੈ। ਹਾਂਜੀ। ਸੈਸ ਤਬ ਨੈਣ ਨਨ ਨੈਣ ਹੈ ਤੋਹੇ ਕਉ, ਸੈਸ ਮੂਰਤ ਨਨਾ ਏਕ ਤੋਹੀ। ਪਰਮਾਤਮਾ ਤੇਰੇ ਹਜ਼ਾਰਾਂ ਹੀ ਨੇਤਰ ਨੇ, ਪਰ ਵੱਖਰੇ ਦੋ ਨੇਤਰ ਤੇਰੇ ਕੋਈ ਨਹੀਂ ਹੈ। ਹਜ਼ਾਰਾਂ ਹੀ ਮੂਰਤੀਆਂ ਤੇਰੀਆਂ ਮੂਰਤੀਆਂ ਨੇ, ਵੱਖਰੀ ਤੇਰੀ ਮੂਰਤੀ ਕੋਈ ਨਹੀਂ ਹੈ। ਹਾਂਜੀ। ਸੈਸ ਪਦ ਬਿਮਲ ਨਨ ਏਕ ਪਦ ਗੰਧ ਬੇਨ, ਸੈਸ ਤਵ ਗੰਧ ਏਵ ਚਲਤ ਬੋਹੀ। ਪਰਮਾਤਮਾ ਹਜ਼ਾਰਾਂ ਚਰਨ ਤੇਰੇ ਨੇ, ਪਰ ਆਪਣੇ ਦੋ ਚਰਨ ਤੇਰੇ ਕੋਈ ਵੀ ਨਹੀਂ ਹੈ। ਸਾਰੀਆਂ ਨਾਸ਼ਕਾਵਾਂ ਤੇਰੀਆਂ ਨੇ, ਪਰ ਵੱਖਰੀ ਤੇਰੀ ਕੋਈ ਨਾਸਕਾ ਨਹੀਂ ਹੈ। ਹਾਂਜੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕਹਿ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਦੇ ਵਿੱਚ ਤੇਰੀ ਜੋਤ ਹੈ, ਤੇ ਤੇਰੇ ਤੋਂ ਸਾਰਿਆਂ ਦੇ ਵਿੱਚ ਚਾਨਣ ਵਰਤਦਾ ਹੈ। ਤੇਰੇ ਤੋਂ ਹੀ ਸਾਰਿਆਂ ਦੇ ਵਿੱਚ ਪ੍ਰਕਾਸ਼ ਹੈ, ਤੇਰੇ ਤੋਂ ਹੀ ਸਾਰਿਆਂ ਦੇ ਵਿੱਚ ਰੋਸ਼ਨੀ ਹੈ, ਲਾਈਟ ਹੈ। ਹਾਂਜੀ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਪਰ ਇਹ ਜੋਤ, ਇਹ ਗਿਆਨ ਗੁਰੂ ਦੀ ਸਿੱਖਿਆ ਤੋਂ ਬਿਨਾਂ ਨਹੀਂ ਪ੍ਰਗਟ ਹੁੰਦਾ। ਪਰਮਾਤਮਾ ਜੋ ਤੈਨੂੰ ਪਾਉਂਦਾ ਹੈ, ਅਸਲ ਆਰਤੀ ਤੇਰੀ ਉਹ ਹੈ। ਹਾਂਜੀ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਆਨੰਦ ਨ ਮੋਹੇ ਆਹੀ ਪਿਆਸਾ। ਹੈ ਪਰਮਾਤਮਾ ਮੇਰਾ ਮਨ ਜਿਹੜਾ ਹੈ ਉਹ ਤੇਰੇ ਕਮਲ ਰੂਪੀ ਜਿਹੜੇ ਚਰਨ ਨੇ ਉਹਨਾਂ ਦਾ ਭੌਰਾ ਬਣ ਚੁੱਕਿਆ ਹੈ, ਤੇ ਹਰ ਰੋਜ਼ ਮੇਰੇ ਅੰਦਰ ਇੱਕੋ ਹੀ ਪਿਆਸ ਹੈ। ਹਾਂਜੀ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਹੋਏ ਜਾਂ ਤਹਿ ਤੇਰੇ ਨਾਮ ਵਾਸਾ। ਇਸ ਕਰਕੇ ਮੈਨੂੰ ਬਬੀਹੇ ਨੂੰ, ਸਾਰੰਗ ਨੂੰ ਆਪਣੀ ਕਿਰਪਾ ਦਾ, ਬਖਸ਼ਿਸ਼ ਦਾ ਜਲ ਦੇ, ਜਿਹਦੇ ਨਾਲ ਮੇਰੀ ਪਿਆਸ ਵੀ ਬੁੱਝ ਜਾਏ, ਤੇ ਮੇਰੀ ਜਾਂ ਤੇ ਤੇਰੇ ਨਾਮ ਵਾਸਾ, ਮੇਰਾ ਵਾਸਾ ਜਿਹੜਾ ਹੈ ਉਹ ਤੇਰੀ ਸਿਫਤ ਸਲਾਹ ਦੇ ਵਿੱਚ ਹੋ ਜਾਏ, ਮੇਰੀ ਇਹ ਅਵਸਥਾ ਇਹ ਟਿਕਾਊ ਬਣ ਜਾਏ। ਹਾਂਜੀ। ਇਸ ਪ੍ਰਕਾਰ ਕੀ ਆਰਤੀ, ਨਿਤ ਉਤਾਰ ਕਰਤਾਰ। ਸਤਿਗੁਰੂ ਕਹਿਣ ਲੱਗੇ ਇਦਾਂ ਦੀ ਆਰਤੀ ਪਰਮਾਤਮਾ ਦੀ ਕੁਦਰਤ ਕਰ ਰਹੀ ਹੈ। ਭਾਵ ਪਰਮਾਤਮਾ ਦੀ ਆਰਤੀ ਉਹਦੀ ਆਪਣੀ ਬਣਾਈ ਕੁਦਰਤ ਜਿਹੜੀ ਹੈ, ਉਹਦੇ ਆਪਣੇ ਬਣਾਏ ਜੀਵ ਜਿਹੜੇ ਨੇ
ਉਹ ਆਪਣੇ ਆਪ ਕਰ ਰਹੇ ਨੇ। ਉਹਦੇ ਲਈ ਵੱਖਰੇ ਥਾਲ ਲੈ ਕੇ, ਵੱਖਰੇ ਦੀਵੇ ਰੱਖ ਕੇ, ਵੱਖਰੀ ਕੋਈ ਜੁਗਤੀ ਲੈ ਕੇ, ਵੱਖਰਾ ਜਿਹਾ ਕੋਈ ਢੰਗ ਬਣਾ ਕੇ ਆਰਤੀ ਕਰਨੀ, ਇਹ ਤੇ ਉਹਦਾ ਏਡੇ ਵੱਡੇ ਰੱਬ ਦਾ ਇੱਕ ਮਜ਼ਾਕ ਤੇ ਹੋ ਸਕਦਾ ਹੈ, ਪਰ ਅਸਲ ਵਿੱਚ ਉਹਦੀ ਆਰਤੀ, ਉਹਦੀ ਪੂਜਾ ਨਹੀਂ ਹੋ ਸਕਦੀ। ਹਾਂਜੀ। ਮਨ ਕੋ ਰੋਕ ਜੋ ਕਰਤ ਇਉ, ਫੇਰ ਨਾ ਪਾਏ ਸੰਸਾਰ। ਸਤਿਗੁਰੂ ਕਹਿੰਦੇ ਨੇ ਭਾਈ, ਜੇ ਤੁਸੀਂ ਆਪਣੇ ਮਨ ਨੂੰ ਰੋਕ ਸਕੋ, ਉਸ ਰੱਬ ਦੀ ਹੁੰਦੀ ਆਰਤੀ ਦੇ ਵਿੱਚ ਸ਼ਾਮਲ ਹੋ ਸਕੋ, ਤੇ ਫਿਰ ਤੁਹਾਡਾ ਆਵਾਗਮਨ ਵੀ ਮਿਟ ਸਕਦਾ ਹੈ, ਤੁਹਾਡਾ ਭਾਰ ਉਤਾਰਾ ਵੀ ਹੋ ਸਕਦਾ ਹੈ, ਤੁਹਾਡੇ ਗੇੜ ਵੀ ਮੁੱਕ ਸਕਦੇ ਨੇ। ਹਾਂਜੀ। ਸੁਣ ਕਰ ਪੰਡੇ ਬੰਦਨ ਕਰਹੀ, ਮਹਾਪੁਰਖ ਇਹ ਬਚਨ ਉਚਾਰਹੀ। ਜਦੋਂ ਸਤਿਗੁਰੂ ਜੀ ਨੇ ਇਹ ਬਚਨ ਆਖੇ, ਮੈਂ ਤਾਂ ਤਕਰੀਬਨ ਹੀ ਰੋਜ਼ ਬੇਨਤੀ ਕਰਦਾ ਵੀ ਭਾਵੇਂ ਉਹ ਲੋਕ ਕਰਮ ਕਾਂਡੀ ਸਨ, ਭੁੱਲੇ ਹੋਏ ਸਨ, ਭਟਕੇ ਹੋਏ ਸਨ, ਅਣਜਾਣ ਸਨ, ਪਰ ਇੱਕ ਗੱਲ ਉਹਨਾਂ ਲੋਕਾਂ ਦੇ ਵਿੱਚ ਸਾਡੇ ਨਾਲੋਂ ਬਹੁਤ ਵੱਡੀ ਸੀ ਕਿ ਉਹ ਮੰਨ ਜਾਂਦੇ ਸੀ, ਅਸੀਂ ਮੰਨਦੇ ਨਹੀਂ ਆ। ਸਾਡੇ ਲਈ ਇੱਕ ਮੁਹਾਵਰਾ ਬਣਿਆ ਵੀ ਪੰਚਾਂ ਦਾ ਕਿਆ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ। ਕਿਸੇ ਦੇ ਘਰੋਂ ਝਗੜਾ ਸੀ ਨਾ ਛੱਤ ਦੇ ਪਾਣੀ ਨੂੰ ਕੱਢਣ ਦਾ, ਤੋ ਜਦੋਂ ਪੰਚਾਇਤ ਫੈਸਲਾ ਕਰੇ ਉਹ ਕਹਿਣ ਵੀ ਨਹੀਂ ਠੀਕ ਹੈ ਜੀ, ਜੋ ਪੰਚਾਇਤ ਕਹਿੰਦੀ ਉਹ ਠੀਕ ਹੈ, ਪਰ ਪਰਨਾਲਾ ਇੱਥੇ ਹੀ ਰਹੂਗਾ, ਛੱਤ ਦਾ ਪਾਣੀ ਇੱਥੇ ਹੀ ਡਿੱਗੇਗਾ। ਉਹ ਜਗ੍ਹਾ ਨਹੀਂ ਸੀ ਬਦਲਦੇ। ਸਾਡੀ ਹਾਲਤ ਵੀ ਉਹੀ ਹੈ। ਪਰ ਜਿਹੜੇ ਪੁਰਾਣੇ ਲੋਕ ਸਨ, ਵੇਖੋ ਹੁਣ ਉਹ ਜਗਨਨਾਥਪੁਰੀ ਦੇ ਪੰਡਤ ਨੇ, ਸੁਣ ਕਰ ਪੰਡੇ ਬੰਦਨ ਕੀਨੀ, ਮਹਾਪੁਰਖ ਇਹ ਬਚਨ ਉਚਰਹੀ। ਆਖਿਆ ਕਿ ਤੁਸੀਂ ਮਹਾਪੁਰਖ ਹੋ, ਤੁਸੀਂ ਬਿਲਕੁਲ ਸੱਚ ਬਚਨ ਉਚਾਰੇ ਨੇ, ਅਸੀਂ ਤੁਹਾਡੇ ਚਰਨਾਂ ਤੇ ਮੱਥਾ ਟੇਕਦੇ ਹਾਂ। ਹਾਂਜੀ। ਅਹੈ ਸਤ ਸਭ ਇਨ ਕੋ ਕਹਿਨੋ, ਮਨ ਇਸ ਥਿਰ ਇੱਕ ਛਿਨ ਨਹਿ ਰਹਿਨੋ। ਉਹਨਾਂ ਨੇ ਮੰਨ ਲਿਆ ਕਿ ਨਾਨਕ ਜੀ ਤੁਹਾਡਾ ਕਹਿਣਾ ਬਿਲਕੁਲ ਸੱਚ ਹੈ। ਭਾਵੇਂ ਇਸ ਅਸੀਂ ਮੰਦਿਰ ਵਿੱਚ ਰਹਿ ਕੇ ਰੋਜ਼ ਆਰਤੀ ਕਰਦੇ ਹਾਂ, ਪਰ ਸੱਚ ਇਹ ਹੈ ਵੀ ਸਾਡਾ ਮਨ ਕਦੇ ਟਿਕਦਾ ਨਹੀਂ ਹੈ, ਸਾਡੇ ਮਨ ਦੀ ਅਸਥਿਰਤਾ ਕੋਈ ਨਹੀਂ ਹੈ। ਹਾਂਜੀ। ਦੋਏ ਦਿਵਸ ਤਹਿ ਰਾਖਿਓ ਡੇਰਾ, ਬਹੁਰੂ ਗਵਨੇ ਹੋਤ ਸਵੇਰਾ। ਸਤਿਗੁਰੂ ਨੇ ਉਹਨਾਂ ਨੂੰ ਸਮਝਾਉਣਾ ਸੀ, ਉਹ ਮੰਨ ਗਏ। 2 ਦਿਨ ਸਤਿਗੁਰੂ ਉੱਥੇ ਰਹੇ ਨੇ, 2 ਦਿਨ ਦਾ ਸਤਿਗੁਰੂ ਜੀ ਦਾ ਉੱਥੇ ਪੜਾ ਰਿਹਾ ਹੈ। ਹਾਂਜੀ। ਕਿਤਕ ਦੂਰ ਗੇ ਸਾਗਰ ਤੀਰਾ, ਅਤ ਤੁਰੰਗ ਕੋ ਉਸ਼ਰਤ ਨੀਰਾ। ਬਾਹਰੋਂ ਗਮਨੇ ਹੋਤ ਸਵੇਰਾ। 2 ਦਿਨਾਂ ਤੋਂ ਬਾਅਦ ਜਦੋਂ ਅਗਲੀ ਸਵੇਰ ਹੋਈ ਤਾਂ ਸਤਿਗੁਰੂ ਚੱਲ ਪਏ। ਗਏ ਕਿੱਥੇ? ਸਮੁੰਦਰ ਦੇ ਕੰਢੇ। ਸਮੁੰਦਰ ਦੇ ਕਿਨਾਰੇ ਕਿਨਾਰੇ ਤੁਰੇ ਜਾਂਦੇ ਨੇ, ਤੇ ਸਮੁੰਦਰ ਦਾ ਇੱਕ ਅਦਭੁਤ ਨਜ਼ਾਰਾ ਕਿ ਉਹਦੇ ਵਿੱਚ ਤਰੰਗਾਂ ਉੱਠਦੀਆਂ ਨੇ, ਛੱਲਾਂ ਉੱਠਦੀਆਂ ਨੇ, ਤੇ ਉਸ ਦ੍ਰਿਸ਼ ਨੂੰ ਵੇਖਦੇ ਹੋਏ ਸਤਿਗੁਰੂ ਤੁਰੇ ਜਾਂਦੇ ਨੇ। ਹਾਂਜੀ। ਭੁਨ ਤਟ ਬੈਠੇ ਕਿਰਪਾ ਨਿਧਾਨਾ, ਗਾਵਣ ਲੱਗਾ ਸ਼ਬਦ ਮਰਦਾਨਾ। ਫਿਰ ਉਸ ਸਮੁੰਦਰ ਦੇ ਕੰਢੇ ਇੱਕ ਥਾਂ ਤੇ ਸਤਿਗੁਰੂ ਬਹਿ ਗਏ। ਜਦੋਂ ਸਤਿਗੁਰੂ ਬੈਠ ਗਏ, ਭਾਈ ਮਰਦਾਨੇ ਨੇ ਰਬਾਬ ਛੇੜੀ ਹੈ ਤੇ ਗੁਰੂ ਦੀ ਬਾਣੀ ਦਾ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ। ਹਾਂਜੀ। ਉੱਚੀ ਸੁਰ ਸੋ ਉਰ ਹਰ ਖਾਇਓ, ਅਦਕ ਮਨੋਜ ਰਬਾਬ ਵਜਾਇਓ। ਉੱਚੀ ਸੁਰ ਦੇ ਵਿੱਚ, ਉੱਚੀ ਆਵਾਜ਼ ਵਿੱਚ ਭਾਈ ਮਰਦਾਨਾ ਜੀ ਗਾਉਂਦੇ ਨੇ। ਬਹੁਤ ਮਿੱਠੀਆਂ ਸੁਰਾਂ ਦੇ ਵਿੱਚ ਭਾਈ ਮਰਦਾਨਾ ਜੀ ਆਲਾਪ ਕਰਦੇ ਨੇ। ਅਦਕ ਮਨੋਜ ਰਬਾਬ ਵਜਾਇਓ। ਤੇ ਅੱਜ ਉਹਨਾਂ ਨੇ ਰਬਾਬ ਵੀ ਬੜੀ ਸੁੰਦਰ ਵਜਾਈ ਹੈ। ਜਿਹੜਾ ਉਹਦੇ ਤੋਂ ਬਾਅਦ ਸੰਗੀਤ ਪੈਦਾ ਕੀਤਾ ਉਹ ਵੀ ਬੜਾ ਸੁੰਦਰ ਹੈ। ਹਾਂਜੀ। ਇੱਕ ਮਿਰਤਕ ਮਾਨਵ ਪਰਾ, ਬ੍ਰਿਕ ਖਾਨ ਤੇਹ ਆਏ। ਇੱਥੇ ਫਿਰ ਭਾਈ ਮਰਦਾਨਾ ਜੀ ਨੇ ਕੀ ਵੇਖਿਆ
ਕਿ ਸਮੁੰਦਰ ਦੇ ਕੰਢੇ ਤੇ ਇੱਕ ਮਨੁੱਖੀ ਲਾਸ਼ ਪਈ ਹੈ। ਕੋਈ ਮਰਿਆ ਕੋਈ ਮਨੁੱਖ ਦਾ ਸਰੀਰ ਹੈ, ਮਰੇ ਹੋਏ ਮਨੁੱਖ ਦੀ ਕਾਇਆ ਪਈ, ਸਰੀਰ ਪਿਆ ਹੈ। ਤੇ ਕੀ ਵੇਖਿਆ ਕਿ ਉਹਨੂੰ ਖਾਣ ਵਾਸਤੇ ਕੋਈ ਬਘਿਆੜ ਤੁਰਿਆ ਆਉਂਦਾ ਹੈ, ਜੰਗਲੀ ਜਾਨਵਰ। ਹਾਂਜੀ। ਅਦਕ ਸ਼ੁਦਾ ਜਹ ਕਉ ਲਗੀ, ਝੂਮਿਓ ਮਸਤਕ ਜਾਏ। ਹੁਣ ਉਹ ਜਿਹੜਾ ਬਘਿਆੜ ਸੀ, ਕਹਿੰਦੇ ਉਹਨੂੰ ਬੜੀ ਭੁੱਖ ਲੱਗੀ ਸੀ, ਬੜੀ ਤੇਜ਼ੀ ਨਾਲ ਆਇਆ। ਪਰ ਆ ਕੇ ਉਹਨੇ ਕੀ ਕੀਤਾ, ਸਾਰਿਆਂ ਤੋਂ ਪਹਿਲਾਂ ਉਸ ਬੰਦੇ ਦੇ ਮੱਥੇ ਨੂੰ, ਉਹਦੇ ਮਸਤਕ ਨੂੰ ਸੁੰਘਿਆ, ਉਹਦੇ ਸਿਰ ਨੂੰ ਸੁੰਘਿਆ। ਹੁਣ ਕੀ ਇਹ ਜਾਨਵਰਾਂ ਦੀ ਕੋਈ ਜੁਗਤੀ ਹੈ, ਵਿਧੀ ਹੈ, ਜਾਂ ਪਰਮਾਤਮਾ ਵੱਲੋਂ ਹੀ ਹੈ ਕੁਛ ਕਿ ਇਹ ਜਾਨਵਰ ਇਸ ਤਰ੍ਹਾਂ ਕਰਦੇ ਨੇ? ਹਾਂਜੀ। ਨਹਿ ਖਾਇਓ ਹਟ ਕਰ ਸੋ ਗਇਓ, ਦੂਰ ਜਾਏ ਪੁਨ ਆਵਤ ਭਇਓ। ਉਹ ਜਿਹੜਾ ਬਘਿਆੜ ਸੀ, ਉਹਨੇ ਕੀ ਕੀਤਾ, ਨਹਿ ਖਾਇਓ, ਆਇਆ ਦੌੜ ਕੇ ਹੈ, ਮਰੇ ਪਏ ਬੰਦੇ ਦੇ ਸਰੀਰ ਨੂੰ ਸੁੰਘਿਆ, ਛੱਡ ਕੇ ਚਲਾ ਗਿਆ। ਉਹਨੇ ਖਾਧਾ ਹੀ ਨਹੀਂ, ਉਹਨੇ ਚੱਕ ਮਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਨਹਿ ਖਾਇਓ ਹਟ ਕਰ ਸੋ ਗਇਓ, ਦੂਰ ਜਾਏ ਪੁਨ ਆਵਤ ਭਇਓ, ਦੂਰ ਚਲਾ ਗਿਆ। ਹਾਂਜੀ। ਪਗ ਕਰ ਔਰ ਸੂੰਗਾ ਤਹਿ ਸਾਰਾ, ਬਿਨ ਖਾਏਗਾ ਬਨੇ ਮਜਾਰਾ। ਦੂਰ ਚਲਾ ਗਿਆ, ਫਿਰ ਵਾਪਸ ਆ ਗਿਆ। ਪਹਿਲਾਂ ਆਇਆ ਤੇ ਉਹਨੇ ਸਿਰ ਸੁੰਘਿਆ ਸੀ, ਹੁਣ ਆਇਆ ਤੇ ਉਹਨੇ ਉਹਦੇ ਪੈਰ ਵੀ ਸੁੰਘੇ ਨੇ। ਪੱਗ ਕਰ ਔਰ ਸੂੰਘਾ ਤੈ ਸਾਰਾ, ਹੁਣ ਉਹਨੇ ਉਹਦਾ ਬਾਕੀ ਸਰੀਰ ਵੀ ਸੁੰਘਿਆ ਦੁਬਾਰਾ ਮੁੜ ਕੇ, ਪਰ ਫਿਰ ਵੀ ਨਹੀਂ ਖਾਧਾ, ਫਿਰ ਮੁੜ ਗਿਆ। ਹਾਂਜੀ। ਸ਼੍ਰੀ ਪ੍ਰਭ ਸੋਹ ਬੂਜਤ ਮਰਦਾਨਾ, ਮਿਰਤਕ ਕੋ ਬ੍ਰਿਕ ਕੀਨ ਨ ਖਾਨਾ। ਭਾਈ ਮਰਦਾਨਾ ਕਹਿਣ ਲੱਗੇ, ਬਾਬਾ ਇਹ ਜਿਹੜੇ ਜਾਨਵਰ ਹੁੰਦੇ ਨੇ ਬਘਿਆੜ, ਕੀ ਇਹ ਮਰੇ ਬੰਦੇ ਦਾ ਮਾਸ ਨਹੀਂ ਖਾਂਦੇ? ਕਿ ਮਰੇ ਹੋਏ ਬੰਦੇ ਨੂੰ ਇਹ ਜਾਨਵਰ ਨਹੀਂ ਖਾਂਦੇ? ਸਤਿਗੁਰੂ ਕਹਿੰਦੇ ਭਾਈ ਖਾਂਦੇ ਨੇ। ਕਹਿੰਦਾ ਬਾਬਾ ਮੈਂ ਵੇਖਿਆ, ਇਹ ਬਘਿਆੜ 2 ਵਾਰੀ ਆਇਆ। ਇੱਕ ਵਾਰੀ ਉਹਨੇ ਆ ਕੇ ਦਾ ਸਿਰ ਸੁੰਘਿਆ, ਦੂਜੀ ਵਾਰੀ ਆ ਕੇ ਉਹਨੇ ਦੇ ਪੈਰ ਤੇ ਸਰੀਰ ਨੂੰ ਸੁੰਘਿਆ, ਤੇ ਖਾਧਾ ਕੋਈ ਨਹੀਂ ਹੈ, ਵਾਪਸ ਮੁੜ ਗਿਆ। ਹਾਂਜੀ। ਸੂੰਗ ਹਟਿਓ ਕਿਉ ਕਹੀਐ ਸੁਆਮੀ, ਘਟ ਘਟ ਕੇ ਤੁਮ ਅੰਤਰ ਜਾਮੀ। ਸਤਿਗੁਰੂ ਤੁਸੀਂ ਅੰਤਰ ਜਾਮੀ ਹੋ, ਤੇ ਤੁਸੀਂ ਮੇਰਾ ਇਹ ਭਰਮ ਸੰਸਾ ਨਿਵਰਤ ਕਰੋ ਕਿ ਜੇ ਬਘਿਆੜ ਨੇ ਖਾਣਾ ਨਹੀਂ ਸੀ ਤੇ ਸੁੰਘਿਆ ਕਿਉਂ, ਤੇ ਜੇ ਸੁੰਘਿਆ ਤੇ ਖਾਧਾ ਕਿਉਂ ਨਹੀਂ, ਛੱਡਿਆ ਕਿਉਂ? ਕੋਈ ਨਾ ਕੋਈ ਭੇਦ, ਕੋਈ ਨਾ ਕੋਈ ਮਾਜਰਾ ਤਾਂ ਜ਼ਰੂਰ ਹੋਏਗਾ। ਆਪ ਜੀ ਅੰਤਰਜਾਮੀ ਹੋ, ਆਪ ਜੀ ਜਾਣਦੇ ਵੀ ਹੋਵੋਗੇ, ਤੇ ਆਪ ਜੀ ਕਿਰਪਾ ਕਰਕੇ ਮੈਨੂੰ ਵੀ ਦੱਸ ਦਿਓ। ਹਾਂਜੀ। ਸੁਣ ਮਰਦਾਨੇ ਸ਼ਬਦ ਜੋ ਗਾਇਓ, ਜਾਂ ਤੇ ਹਿਰਦਾ ਸ਼ੁੱਧ ਹਵੈ ਆਇਓ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਮਰਦਾਨਿਆ ਸੁਣ, ਇਹ ਜਿਹੜਾ ਤੂੰ ਸ਼ਬਦ ਗਾਇਨ ਕੀਤਾ ਹੈ, ਕਹਿੰਦੇ ਇਹ ਸ਼ਬਦ ਉਸ ਬਘਿਆੜ ਨੇ ਵੀ ਸੁਣਿਆ। ਜਿਹੜੀ ਤੂੰ ਉੱਚੀ ਸੁਰ ਦੇ ਵਿੱਚ ਗਾਇਆ ਹੈ ਨਾ, ਇਹ ਆਵਾਜ਼ ਤੇਰੀ ਹਵਾ ਦੇ ਵਿੱਚ ਬੜੀ ਦੂਰ ਤੱਕ ਗਈ ਹੈ। ਇਹ ਬਾਣੀ ਦੀ ਆਵਾਜ਼ ਜਿਹੜੀ ਹੈ, ਇਹ ਨਾਦ ਜਿਹੜਾ ਹੈ, ਇਹ ਬਘਿਆੜ ਦੇ ਕੰਨਾਂ ਤੱਕ ਵੀ ਗਿਆ ਹੈ। ਸੁਣ ਮਰਦਾਨੇ ਸ਼ਬਦ ਜੋ ਗਾਇਓ, ਜਾਂ ਤੇ ਹਿਰਦਾ ਸੁਧ ਹਵੈ ਆਇਓ। ਕਹਿੰਦੇ ਇਸ ਬਘਿਆੜ ਨੂੰ ਹਿਰਦੇ ਦੀ ਸੁੱਧਤਾ ਪ੍ਰਾਪਤ ਹੋਈ ਹੈ, ਜਿਹਨੂੰ ਆਪਾਂ ਪਵਿੱਤਰਤਾ ਕਹਿੰਦੇ ਆ। ਇਹ ਗੁਰਬਾਣੀ ਦੇ ਸ਼ਬਦ ਦਾ ਤੇਜ ਪੁੰਨ ਫਲ ਹੈ, ਪ੍ਰਤਾਪ ਹੈ। ਹਾਂਜੀ। ਪਾਪ ਪੁੰਨ ਕੋ ਭਇਓ ਵਿਚਾਰਾ,
ਭਖ ਅਪਖੈ ਲਖਿਓ ਆਹਾਰਾ। ਹੁਣ ਹਿਰਦੇ ਦੀ ਸੁੱਧਤਾ ਹੋਈ ਕੀ ਹੈ? ਬਘਿਆੜ ਨੂੰ ਭਾਵੇਂ ਉਹ ਜਾਨਵਰ ਹੈ, ਉਹਨੂੰ ਫਿਰ ਸਮਝ ਆ ਗਈ ਕਿ ਭਖ ਕੀ ਹੈ ਤੇ ਅਭਖ ਕੀ ਹੈ। ਉਹਨੂੰ ਖਾਣ ਪੀਣ ਦੇ ਵਿੱਚ ਚੰਗੇ ਤੇ ਮਾੜੇ ਦੀ ਸੋਝੀ ਆ ਗਈ। ਅੱਜ ਬੰਦੇ ਨੂੰ ਨਹੀਂ ਪਤਾ ਕਿ ਉਹਨੂੰ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਕੀ ਪੀਣਾ ਚਾਹੀਦਾ, ਕੀ ਨਹੀਂ ਪੀਣਾ ਚਾਹੀਦਾ। ਇਸ ਜਾਨਵਰ ਨੂੰ ਇਹ ਸਮਝ ਆ ਗਈ ਹੈ ਕਿ ਭਖ ਤੇ ਅਭਖ ਕੀ ਹੈ। ਫਿਰ ਲਖਿਓ ਆਹਾਰਾ, ਜਦੋਂ ਇਹਨੂੰ ਇਸ ਗੱਲ ਦੀ ਸਮਝ ਆ ਗਈ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ। ਅਗਰ ਸਾਨੂੰ ਜਿਹੜੇ ਅਸੀਂ ਕੰਮ ਕਰਦੇ ਸਾਨੂੰ ਸਮਝ ਆ ਜਾਏ ਕਿ ਮੈਂ ਝੂਠ ਬੋਲਿਆ, ਇਹ ਤੇ ਪਾਪ ਹੋ ਗਿਆ। ਜ਼ਰੂਰ ਸਾਨੂੰ ਇਸ ਗੱਲ ਦੀ ਥੋੜੀ ਜਿਹੀ ਜ਼ਿੰਮੇਵਾਰੀ ਆਇਦ ਹੋਏਗੀ ਵੀ ਭਾਈ ਜੇ ਤੈਨੂੰ ਪਾਪ ਲੱਗੇ ਹੈ ਤਾਂ ਫਿਰ ਤੂੰ ਇਹਦੇ ਤੋਂ ਬਚ ਕਿਵੇਂ ਸਕਦਾ। ਹੁਣ ਆਪਾਂ ਗੱਡੀ ਚਲਾਉਂਦੇ ਆ, ਨਹੀਂ ਪਤਾ ਤੇ ਨਹੀਂ ਪਤਾ, ਜੇ ਪਤਾ ਲੱਗੇ ਸਾਨੂੰ ਵੀ ਆ ਕੈਮਰੇ ਲੱਗੇ ਨੇ, ਚਲਾਨ ਕੱਟ ਗਏ ਹੈ, ਤੇ ਪਹਿਲਾਂ ਤੇ ਥੋੜਾ ਜਿਹਾ ਮਨ ਵਿਚਲਤ ਹੋਏਗਾ, ਫਿਰ ਥੋੜੀ ਜੀ ਸਾਡੀ ਜੇਬ ਵੀ ਵਿਚਲਤ ਹੋਏਗੀ ਵੀ ਤੇ ਗਿਆ 2000 ਰੁਪਈਆ। ਫਿਰ ਅਸੀਂ ਉਹਦੇ ਲਈ ਉਪਾਅ ਵੀ ਕਰਾਂਗੇ ਵੀ ਹੁਣ ਕਿਹਨੂੰ ਅਪਰੋਚ ਕਰੀਏ ਵੀ ਮਾਫ ਹੋ ਜੇ, ਮਾਫ ਨਾ ਹੋਵੇ ਤੇ ਘੱਟ ਤਾਂ ਜ਼ਰੂਰ ਹੋ ਜੇ। ਸਾਡੀ ਗਲਤੀ ਹੈ ਵੀ ਅਜੇ ਸਾਨੂੰ ਇਹ ਹੀ ਨਹੀਂ ਪਤਾ ਅਸੀਂ ਪਾਪ ਕਦੋਂ ਕਰਦੇ ਆ, ਨਾ ਸਾਨੂੰ ਇਹ ਪਤਾ ਵੀ ਪੁੰਨ ਕੀ ਹੈ। ਹੁਣ ਕਈ ਕੰਮ ਅਸੀਂ ਪੁੰਨ ਕਰਦੇ ਪੁੰਨ ਦੇ ਤੌਰ ਤੇ ਆ, ਪਰ ਹੁੰਦੇ ਉਹ ਵੀ ਪਾਪ ਹੀ ਨੇ ਸਾਡੇ ਕੋਲੋਂ। ਅਸੀਂ ਪੁੰਨ 'ਚ ਵੀ ਪਾਪ ਕਰੀ ਜਾਂਦੇ, ਪਾਪ 'ਚ ਤਾਂ ਪਾਪ ਕਰਦੇ ਹੀ ਕਰਦੇ ਆ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਤੇਰੇ ਬਾਣੀ ਪੜ੍ਹਨ ਦਾ ਪੁੰਨ ਫਲ ਇਸ ਬਘਿਆੜ ਨੂੰ ਕੀ ਮਿਲਿਆ ਕਿ ਇਹਨੂੰ ਪਾਪ ਪੁੰਨ ਦੀ ਭਖ ਅਭਖ ਦੀ ਸੋਝੀ ਆ ਗਈ। ਹਾਂਜੀ, ਮਿਰਤਕ ਬੇਮੁਖ ਨਾਮ ਤੇ ਨਹਿ ਕੀਨੋ ਸਤ ਸੰਗ। ਸਤਿਗੁਰੂ ਕਹਿੰਦੇ ਕਿ ਇਹ ਜਿਹੜਾ ਮਰਿਆ ਪ੍ਰਾਣੀ ਹੈ ਇਹ ਬੇਮੁਖ ਹੈ, ਇਸੇ ਕਰਕੇ ਬਘਿਆੜ ਨੇ ਨਹੀਂ ਖਾਧਾ। ਕਿਉਂ ਨਹੀਂ ਖਾਧਾ? ਬਘਿਆੜ ਨੂੰ ਸੋਝੀ ਆ ਗਈ। ਜੇ ਉਹਨੂੰ ਸੋਝੀ ਨਾ ਹੁੰਦੀ ਤਾਂ ਉਹਨੇ ਖਾ ਜਾਣਾ ਸੀਗਾ। ਉਹਨੂੰ ਪਾਪ ਪੁੰਨ ਦੀ ਵੀ ਸੋਝੀ ਹੈ, ਭਖ ਅਭਖ ਦੀ ਵੀ ਸੋਝੀ ਹੈ। ਪਰ ਇਹ ਜਿਹੜਾ ਮਰਿਆ ਪ੍ਰਾਣੀ ਹੈ ਇਹ ਬੇਮੁਖ ਹੈ। ਇਹਨੇ ਕਦੇ ਨਾ ਤੇ ਨਾਮ ਸਿਮਰਿਆ, ਨਾ ਹੀ ਇਹਨੇ ਕਦੇ ਆਪਣੇ ਜੀਵਨ ਵਿੱਚ ਸਤਸੰਗ ਕੀਤਾ। ਵੇਖੋ ਇਹ ਦੋ ਗੱਲਾਂ ਨੂੰ ਅਸੀਂ ਬਹੁਤੀ ਅਹਿਮੀਅਤ ਨਹੀਂ ਦਿੰਦੇ ਵੀ ਉਹ ਗੁਰਦੁਆਰੇ ਜਾਣ ਨਾਲ ਕੀ ਫਰਕ ਪੈਂਦਾ, ਬਾਣੀ ਪੜ੍ਹਨ ਨਾਲ ਕੀ ਹੁੰਦਾ। ਇਹ ਜਦੋਂ ਤੁਸੀਂ ਪੜ੍ਹੋਗੇ, ਗੁਰਦੁਆਰੇ ਜਾਓਗੇ, ਤੁਹਾਨੂੰ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਹੁੰਦਾ। ਇੱਥੇ ਜਦੋਂ ਤੁਸੀਂ ਆਉਂਦੇ ਆ ਨਾ, ਇਸ ਥਾਂ ਦਾ ਵੀ ਇੱਕ ਆਪਣਾ ਪ੍ਰਭਾਵ ਹੈ। ਸਤ ਸੰਗਤ ਦੀ ਆਪਣੇ ਆਪ ਦੇ ਵਿੱਚ ਇੱਕ ਕਰਾਮਾਤ ਹੈ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਭਾਈ ਇਹ ਜਿਹੜਾ ਪ੍ਰਾਣੀ ਜਿਹੜਾ ਮਰਿਆ ਹੈ, ਜਿਹਦੀ ਇਹ ਲਾਸ਼ ਪਈ ਹੈ, ਸਰੀਰ ਪਿਆ ਹੈ, ਅਸਲ ਵਿੱਚ ਇਹ ਬੇਮੁਖ ਹੈ। ਨਾ ਤੇ ਇਹਨੇ ਸੰਗਤ ਕਦੇ ਕੀਤੀ ਹੈ, ਨਾ ਇਹਨੇ ਕਦੇ ਰੱਬ ਦਾ ਨਾਂ ਜਪਿਆ। ਹਾਂਜੀ, ਆਂਖ ਨ ਦਰਸਿਓ ਸੰਤ ਕਬ ਹਿਰਦੇ ਨ ਹਰ ਕੋ ਰੰਗ। ਕਦੇ ਇਸ ਬੰਦੇ ਨੇ ਅੱਖਾਂ ਨਾਲ ਗੁਰੂ ਦੇ ਦਰਸ਼ਨ ਨਹੀਂ ਸੀ ਕੀਤੇ, ਇਸੇ ਕਰਕੇ ਕਦੇ ਇਹਨੂੰ ਰੱਬ ਦਾ ਪਿਆਰ ਰੰਗ ਜਿਹੜਾ ਸੀ ਉਹ ਚੜਿਆ ਹੀ ਨਹੀਂ। ਹਾਂਜੀ, ਹਸਤਨ ਸੋਹ ਕਬ ਟਹਿਲ ਨ ਕੀਨੀ ਹਰ ਜਸ ਧੁਨ ਸਰਵਨ ਨਹਿ ਦੀਨੀ। ਕਦੇ ਹੱਥਾਂ ਨਾਲ ਇਸ ਬੰਦੇ ਨੇ ਸੇਵਾ ਨਹੀਂ ਕੀਤੀ, ਕੰਨਾਂ ਦੇ ਨਾਲ ਕਦੇ ਇਹਨੇ ਰੱਬ ਦਾ ਕੀਰਤਨ, ਰੱਬ ਦਾ ਨਾਂ ਨਹੀਂ ਸੁਣਿਆ। ਹਾਂਜੀ, ਜਾਣੈ ਸਭੇ ਅੰਗ ਅਪਵਿੱਤ ਇਸ ਖਾਵਣ ਤੇ ਹੋਏ ਅਦਗਤ। ਬਘਿਆੜ ਨੂੰ ਵੀ ਸਮਝ ਆ ਗਈ ਵੀ ਇਹਦੇ ਸਾਰੇ ਅੰਗ ਅਪਵਿੱਤਰ ਨੇ। ਹੱਥਾਂ ਨਾਲ ਇਹਨੇ ਸੇਵਾ ਨਹੀਂ ਕੀਤੀ, ਅੱਖਾਂ ਨਾਲ ਇਹਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਸਰੀਰ ਨਾਲ ਕਦੇ ਸਤਸੰਗ ਨਹੀਂ ਕੀਤਾ। ਬਘਿਆੜ ਨੂੰ ਸਮਝ ਆ ਗਈ ਵੀ ਐਡੇ ਪਾਪੀ ਨੂੰ ਖਾ ਕੇ ਨਾ ਮੇਰਾ ਵੀ ਸਰੀਰ ਅਪਵਿੱਤਰ ਹੋ ਜਾਏਗਾ, ਤੇ ਮਰਦਾਨੇ ਇਸ ਕਰਕੇ ਉਹਨੇ ਨਹੀਂ ਖਾਧਾ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ੍ਹ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ, ਕਿਉਂਕਿ ਕਰਫਿਊ ਹੋਣ ਕਰਕੇ
ਮਜਬੂਰੀ ਹੈ ਕਿ ਆਪਾਂ ਨੂੰ 9:30 ਵਜੇ ਸਮਾਪਤੀ ਕਰਨੀ ਪੈਂਦੀ ਹੈ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।